ਜੀਵਨ ਹਲਾਸਦਾ ਖਿੜਿਆਰੇ ਫੁੱਲ ਜੀਵਨ ਹਲਾਸਦਾ ਤੈਨੂੰ ਵਾਡੇ ਆਉਂਦੀ ਮੇਤ ਸਾਡੀ ਸ਼ੈਲੀ ਰਹਿ ਮੈਂ ਕ ਤੇਰੇ ਪਿਆਰ ਦੀ ਮਨਾਂ ਚ ਵੇਲੀ ਰਹਿ ਮੈਂ ਕ ਤੇਰੇ ਪਿਆਰ ਦੀ ਮਨਾਂ ਚ ਵੇਲੀ ਰਹਿ तेरे प्यार दी मना च वेली रे मैं क तेरे प्यार दी मना च वेली रे तेरी खुमारी नाल नैन दागदे धरती दे पैर ना असां दे लगदे धरती दे पैर ना असां दे लगदे ध्यान दे सरूर नाल पारी थिली रे ध्यान दे सरूर नाल पारी थिली रे मैं क तेरे प्यार दी मना च वेली रे मैं क तेरे प्यार दी मना च वेली रे समार सोनिया जिथे वेखा तेरा ही समार सोनिया जेवे मगरूर मादरे जवैली रे मैं क तेरे प्यार दी मना च वेली रे मैं क तेरे प्यार दी मना च वेली रे मधुमक्खी चूसे जो गुलाबी फूलों नूं मधुमक्खी चूसे जो गुलाबी फूलों नूं वेख मकरंद जिवें जल मैली रे मैं क तेरे प्यार दी मना च वेली रे मैं क तेरे प्यार दी मना च वेली रे राधिका दी जान जो मरारी विच है जिंदू तेरे कदमां दे जिंदू तेरे कदमां दे जिंदू तेरे कदमां दे विच टैली रे मैं क तेरे प्यार दी मना च वेली रे मैं क तेरे प्यार दी मना च वेली रे राधिका दी जान जो मरा
ਤੁਰ ਕੀ ਬਾਣੀ ਆਈ ਤੈਨੂੰ ਸਗਲੀ ਜੰਤ ਮਟਾਈ ਜਿੱਥੇ ਰਾਮ ਜੱਗੇ ਪ੍ਰਭ ਪਿਆਰੇ ਸੇ ਅਸਤਲ ਸੋਹਣ ਚਬਾਰੇ ਜਿੱਥੇ ਨਾਮ ਨਾ ਜਪੇ ਮੇਰੇ ਗੋਬਿੰਦਾ ਸੇ ਨਗਰ ਉਜਾੜੀ ਜੀਓ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨੰਦ ਕਰੇ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਜਰੀ ਵਿੱਚ ਆਪਾਂ ਖੁਸ਼ੀ ਦੇ ਟਾਈਮ ਤੇ ਬੱਚੀ ਦਾ ਜਨਮ ਦਿਨ ਮਨਾਉਣ ਵਾਸਤੇ ਉਹਨਾਂ ਦੇ ਮਾਤਾ ਪਿਤਾ ਸਾਰੇ ਪਰਿਵਾਰ ਨੂੰ ਸਾਕਲ ਸੰਬੰਧੀਆਂ ਨੇ ਬੜੀ ਖੁਸ਼ੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਉਹ ਅਰਦਾਸ ਲਾਇਆ। ਇਹ ਇਕੱਲੇ ਸਿੱਖ ਨੂੰ ਨਹੀਂ, ਸਾਰਿਆਂ ਨੂੰ ਆਪਾਂ ਨੂੰ ਭਰੋਸਾ ਜਿਹੜਾ ਹੈ, ਇਹ ਵਿਸ਼ਵਾਸ ਜਿਹੜਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਵਿਸ਼ਵਾਸ ਨਾਲ ਬੇੜੇ ਪਾਰ ਹੁੰਦੇ ਆ। ਵੇਖੋ ਆਪਾਂ ਸਾਰੇ ਗੁਰੂ ਘਰ ਦੇ ਮੰਗਦੇ ਹਾਂ, ਇੱਥੋਂ ਕੋ ਆਣ ਕੇ ਧੀਆਂ ਦੀਆਂ ਦਾਤਾਂ ਮੰਗ ਰਿਹਾ, ਕੋਈ ਪੁੱਤਰਾਂ ਦੀਆਂ ਦਾਤਾਂ ਮੰਗ ਰਿਹਾ, ਕੋਈ ਪੋਤਰਿਆਂ ਦੀਆਂ ਦਾਤਾਂ ਮੰਗ ਰਿਹਾ, ਕੋਈ ਤੰਦਰੁਸਤੀ ਦੀਆਂ ਦਾਤਾਂ ਮੰਗ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਏਡਾ ਵੱਡਾ ਹੱਟ ਹੈ, ਇੱਥੋਂ ਖਾਲਸਾ ਜੀ ਅਜੇ ਤੱਕ ਕੋਈ ਖਾਲੀ ਨਹੀਂ ਮੁੜ ਕੇ ਗਿਆ। ਜਿਹੜਾ ਵੀ ਕੋਈ ਖਾਲੀ ਝੋਲੀ ਆਉਂਦਾ ਇੱਥੋਂ ਭਰ ਕੇ ਹੀ ਜਾਂਦਾ। ਇੱਥੇ ਜਿਹੜਾ ਨੀਵਾਂ ਹੋ ਕੇ ਆਉਂਦਾ ਹੈ, ਇੱਥੋਂ ਉੱਚਾ ਹੋ ਕੇ ਜਾਂਦਾ ਹੈ। ਸਤਿਕਾਰ ਮਿਲਦਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚ, ਕਿਉਂਕਿ ਇਹ ਘਰ ਹੀ ਨਿਮਾਣਿਆ ਦਾ ਮਾਣ। ਸੁਣਿਆ ਉਹਨਾਂ ਦਾ ਹੋਏ ਇੱਕ ਬਾਰ ਉੱਚਾ, ਜਿਹੜੇ ਤੇਰੀ ਹਜ਼ੂਰੀ ਵਿੱਚ ਝੁਕਦੇ ਨੇ, ਮੁੜ ਕੇ ਉਸ ਨੂੰ ਆਸਾਂ ਦਾ ਪੂਰ ਲੱਗੇ। ਬੂਟੇ ਜ਼ਿੰਦਗੀ ਦੇ ਜਿਹੜੇ ਸੁੱਕਦੇ ਨੇ, ਉਹ ਜੀਵਨ ਲਹਿਰ ਫਿਰ ਉਹਨਾਂ ਚੋਂ ਹੋਏ ਪੈਦਾ। ਸੋਨੇ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ, ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ, ਜਿਹੜੀ ਉਹਦੇ 84 ਦੇ ਮੁੱਕਦੇ ਨੇ। ਗੁਰੂ ਕੀ ਸਾਧ ਸੰਗਤ, ਆਓ ਆਪਾਂ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਪੋ ਆਪਣੀ ਹਾਜ਼ਰੀ ਲਾਉਣ ਦਾ ਯਤਨ ਕਰੀਏ ਅਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਇਹ ਖਾਲਸਾ ਜੀ ਫਤਿਹ ਜਿਹੜੀ ਹੈ ਨਾ, ਇਹਦੀ ਇੱਕ ਸਿਮਰਨ ਹੈ। ਜੇ ਸਭ ਮਨੁੱਖ ਨੇ ਕਦੀ ਵੀ ਆਪਣੀ ਰਸਨਾ ਤੋਂ ਸਤਿਨਾਮ ਦਾ ਵਾਹਿਗੁਰੂ ਦਾ ਜਾਪ ਨਾ ਕੀਤਾ ਹੋਵੇ, ਤੇ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠ ਕੇ ਜਦੋਂ ਮਨੁੱਖ ਫਤਿਹ ਬੁਲਾਉਂਦਾ ਹੈ ਤੇ ਦੋ ਵਾਰੀ ਆਟੋਮੈਟਿਕ ਵਾਹਿਗੁਰੂ ਦਾ ਜਾਪ ਹੋ ਜਾਂਦਾ। ਭਾਈ ਗੁਰਦਾਸ ਜੀ ਫਰਮਾਉਂਦੇ ਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹੋਈ। ਸਤਿਨਾਮ ਦੇ ਜਾਪ, ਵਾਹਿਗੁਰੂ ਦੇ ਜਾਪ ਸਭ ਤੋਂ ਪਹਿਲਾਂ ਤੇ ਮਨੁੱਖ ਦੀ ਜੀਭਾ ਪਵਿੱਤਰ ਹੁੰਦੀ ਹੈ, ਤੇ ਖਾਲਸਾ ਜੀ ਦੂਜਾ ਦੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਹੋ ਜਾਂਦਾ। ਆਓ ਆਪਾਂ ਸਾਰੀਆਂ ਸੰਗਤਾਂ ਬੜੇ ਹੀ ਸਤਿਕਾਰ ਨਾਲ, ਬੜੇ ਹੀ ਅਦਬ ਨਾਲ ਫਤਿਹ ਵਿੱਚੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰੀਏ। ਕਵੀਸ਼ਰ ਜਥੇ ਨੂੰ ਕੁਝ ਕਹਿਣ ਵਾਸਤੇ ਆਗਿਆ ਬਖਸ਼ੋ। ਸਾਰੀਆਂ ਸੰਗਤਾਂ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਮਾੜੀ ਦੀ ਖੇਚਲ ਆਪਾਂ ਹੋਰ ਕਰੀਏ। ਜਿਸ ਖੇਚਲ ਦਾ ਸਦਕਾ ਤੁਹਾਡਾ ਦੇਸ਼ ਵਿਦੇਸ਼ ਵਿੱਚ ਬੋਲਬਾਲਾ ਹੈ, ਸਾਰੀਆਂ ਸੰਗਤਾਂ ਮਹਾਰਾਜ ਦੇ ਜੁਰੀਅਤ ਮਤ ਨੂੰ ਝੁਕਾ ਕੇ ਰਸਨਾ ਨੂੰ ਕਰੋ ਪੁੱਤਰ ਤੇ ਗੱਜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇੱਕੋ ਇੱਕ ਖਾਲਸਾ ਜੀ ਸਿੱਖ ਕੌਮ ਹੈ ਜਿਹੜੀ ਸਾਰਿਆਂ ਦੇ ਭਲਾ ਮੰਗਦੀ, ਪਰ ਬਾਕੀ ਦੀਆਂ ਕੌਮਾਂ ਤੁਹਾਡਾ ਭਲਾ ਨਹੀਂ ਮੰਗਦੀ। ਇਹ ਕਿਰਪਾ ਕਿਹਦੀ ਹੈ? ਇਹ ਬਖਸ਼ਿਸ਼ ਕਿਹਦੀ ਹੈ? ਆਪਾਂ ਜਿਸ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਦੀ ਵਿੱਚ ਸਵਾਰੇ ਬਣੇ, ਸਿੱਖੀ ਸਿੱਖਿਆ ਗੁਰੂ। ਇਹ ਸਿੱਖ ਜਿਹੜਾ ਹੈ, ਇਹਦੇ ਪੈਦਾ ਹੀ ਭਲੇ ਵਾਸਤੇ ਹੋਇਆ।
ਜਿਹੜਾ ਖਾਲਸਾ ਜੀ ਆਪਣੇ ਦੁਸ਼ਮਣ ਦਾ ਭਲਾ ਮੰਗਦਾ ਹੈ, ਜਿਹੜਾ ਆਪਣੇ ਗਵਾਂਢੀਆਂ ਦਾ ਭਲਾ ਮੰਗਦਾ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਪਹਿਲਾਂ ਭਲੇ ਮੰਗਣ ਵਾਲੇ ਦਾ ਹੀ ਭਲਾ ਕਰਦੇ। ਅਸਲ ਵਿੱਚ ਹੁੰਦਾ ਹੀ ਨਹੀਂ ਕਿਸੇ ਦਾ, ਕਿਤੇ ਕਰਕੇ ਵੇਖੋ। ਆਓ ਖਾਲਸਾ ਜੀ, ਅਸੀਂ ਆਪਣੇ ਆਪ ਨੂੰ ਬਹੁਤ ਹੀ ਵਡਭਾਗੇ ਸਮਝਦੇ ਹਾਂ। ਇਹ ਕਿਰਪਾ ਕੀਤੀ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ। ਉਸ ਤਰ੍ਹਾਂ ਭਾਵੇਂ ਅਸੀਂ ਇੰਗਲੈਂਡ ਦੀ ਧਰਤੀ ਤੇ 18 ਵਿੱਚ ਵੀ ਆਏ ਸੀ, ਪਰ ਇਹ ਸਾਰਾ ਕੁਝ ਗੁਰੂ ਦੇ ਹੁਕਮ ਵਿੱਚ ਹੈ। ਇਸ ਗੁਰੂ ਘਰ ਵਿੱਚ ਆਣ ਕੇ ਉਦੋਂ ਅਸੀਂ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਦੇ। ਐਤਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ 1984 ਵਿੱਚ, ਜਿਨ੍ਹਾਂ ਨੇ ਸਟੇਜਾਂ ਉੱਤੇ ਗਾ ਕੇ ਵੀ ਪੰਥ ਦੀ ਸੇਵਾ ਕੀਤੀ ਅਤੇ ਸਰੀਰ ਦੇ ਉੱਤੇ ਕਸ਼ਟ ਵੀ ਚੱਲੇ, ਕਹਿਣ ਤੋਂ ਮੁਰਾਦ ਜਿਨ੍ਹਾਂ ਨੇ ਅੰਤਮ ਸਵਾਸਾਂ ਤੱਕ ਪੰਥ ਦੀ ਗੱਲ ਕੀਤੀ, ਕੌਮ ਦੀ ਗੱਲ ਕੀਤੀ, ਧਰਮ ਦੀ ਗੱਲ ਕੀਤੀ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਝੋਲਾ ਸਾਹਿਬ, ਉਹਨਾਂ ਦੇ ਸਪੁੱਤਰ ਮੇਰੇ ਛੋਟੇ ਵੀਰ, ਮੇਰੇ ਇਹਨਾਂ ਬੱਚਿਆਂ ਵਰਗੇ ਭਾਈ ਰਸਾਲ ਸਿੰਘ, ਉਹਨਾਂ ਨੇ ਐਤਕੀ ਹੁਕਮ ਕੀਤਾ ਵੀ ਗਿਆਨੀ ਜੀ ਤੁਸੀਂ ਦਸ਼ਮੇਸ਼ ਦਰਬਾਰ ਗੁਰੂ ਘਰ ਵਿੱਚ ਪਹੁੰਚਣਾ ਹੈ। ਉੱਥੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਦੀ ਸੁਪਤਨੀ ਸਾਡੇ ਭੈਣ ਜੀ ਪ੍ਰਭਜੋਤ ਕੌਰ ਜੀ, ਉਹਨਾਂ ਦੀ ਬੇਟੀ ਉਹਨਾਂ ਦੀ ਬੇਟੀ ਦੀਪਜੋਤ ਕੌਰ ਜੀ, ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਪੰਚਮ ਪਾਤਸ਼ਾਹ ਦੀ ਬਖਸ਼ਿਸ਼ ਸਭ ਤੋਂ ਪਹਿਲਾਂ ਪਵਿੱਤਰ ਬਾਣੀ ਦੇ ਭੋਗ ਪਾਏ ਜਾਣੇ ਨੇ। ਫਿਰ ਆਗੀ ਜਥੇ ਨੇ ਕੀਰਤਨ ਕਰਨਾ ਹੈ ਤੇ ਫਿਰ ਤੁਸਾਂ ਸੰਗਤ ਦੀ ਸੇਵਾ ਕਰਨੀ ਹੈ, ਹਾਜ਼ਰੀ ਭਰਨੀ। ਉਹਨਾਂ ਨੇ ਗੁਰੂ ਕੀ ਸਾਧ ਸੰਗਤ, ਤੁਹਾਡਾ ਹੁਕਮ ਜਿਹੜਾ ਹੈ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹੋਣਾ ਦਾ, ਉਹ ਸਾਡੇ ਜਥੇ ਤੱਕ ਪਹੁੰਚਾਇਆ। ਅਸੀਂ ਆਪ ਜੀ ਦੀ ਸੇਵਾ ਵਿੱਚ ਪਹੁੰਚੇ ਹਾਂ। ਆਪਣੇ ਆਪ ਨੂੰ ਵਡਭਾਗੀ ਸਮਝਦੇ ਅਤੇ ਖਾਲਸਾ ਜੀ ਬੇਨਤੀ ਕਰ ਰਿਹਾ ਹਾਂ, ਕੋਈ ਦੁਨੀਆ ਦਾ ਐਸਾ ਇਤਿਹਾਸ ਨਹੀਂ ਜਿਹੜਾ ਆਪ ਜੀ ਨੇ ਨਾ ਸਰਵਣ ਕੀਤਾ। ਪਰ ਇਸ ਤੋਂ ਪਹਿਲਾਂ ਆਪਾਂ ਜਿਸ ਬੇਟੀ ਦੇ ਇਸ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਸ ਗੁਰੂ ਘਰ ਵਿੱਚ ਪਹੁੰਚੇ ਹਾਂ, ਸਭ ਤੋਂ ਪਹਿਲਾਂ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਅਸੀਂ ਆਪਣੇ ਜਥੇ ਵੱਲੋਂ ਇਹ ਬੱਚੀ ਦੇ ਜਨਮ ਦਿਨ ਦੀ, ਕਿਉਂਕਿ ਜਿੱਥੇ ਅਸੀਂ ਪੁੱਤਰਾਂ ਦੇ ਜਨਮ ਦਿਨ ਮਨਾਉਣੇ ਹਾਂ, ਜਦੋਂ ਬੱਚਾ ਘਰ ਵਿੱਚ ਪੈਦਾ ਹੁੰਦਾ ਤੇ ਵਧਾਈਆਂ ਦਿੱਤੀਆਂ ਜਾਂਦੀਆਂ। ਖਾਲਸਾ ਜੀ ਅੱਜ ਦੇ ਸਮੇਂ ਵਿੱਚ ਜਿੱਥੇ ਪੁੱਤਰ ਦੀਆਂ ਬੇਅੰਤ ਖੁਸ਼ੀਆਂ ਕੀਤੀਆਂ ਜਾਂਦੀਆਂ ਸੀ, ਉੱਥੇ ਜਿਹੜੀਆਂ ਬੱਚੀਆਂ ਹੈ, ਬੇਟੀਆਂ ਹੈ, ਉਹ ਵੀ ਪੁੱਤਰਾਂ ਨਾਲੋਂ ਘੱਟ ਨਹੀਂ, ਕਿਉਂਕਿ ਹਰ ਕੰਮ ਵਿੱਚ ਹੀ ਬੱਚੀ ਅੱਗੇ ਹੈ। ਜੇ ਆਪਾਂ ਪੜ੍ਹਾਈ ਦੀ ਗੱਲ ਕਰਦੇ ਹਾਂ ਤੇ ਬੱਚਿਆਂ ਨਾਲੋਂ ਬੱਚੀਆਂ ਤੇਜ਼ ਹੁੰਦੀਆਂ। ਅੱਜ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਸਿੱਖ ਘਰਾਣਿਆਂ ਵਿੱਚੋਂ ਇਹ ਸਾਡੀਆਂ ਬੇਟੀਆਂ, ਸਾਡੀਆਂ ਧੀਆਂ ਜਿਹੜੀਆਂ ਇਹ ਪਹੁੰਚੀਆਂ, ਇਹ ਵੀ ਇੱਕ ਕੌਮ ਦਾ ਨਾਮ ਹੈ। ਮੈਂ ਤਾਂ ਅਰਦਾਸ ਕਰਦਾ ਹਾਂ ਇਹੋ ਜਿਹੀਆਂ ਸਤਵੰਤੀਆਂ, ਇਹੋ ਜਿਹੀਆਂ ਸਾਡੀਆਂ ਬੇਟੀਆਂ ਘਰ ਵਿੱਚ ਪੈਦਾ ਹੋਣ, ਆਪਣੇ ਮਾਤਾ ਪਿਤਾ ਦਾ ਅਤੇ ਦਾਦੇ ਦਾਦੀ ਦਾ, ਸਮੁੱਚੇ ਪਰਿਵਾਰ ਦਾ, ਕੀ ਉਹਦੇ ਨਾਲ ਕੌਮ ਦੀ ਵੀ ਦੌਲਤ ਝੀਲਦੀ ਹੈ। ਬੇਨਤੀ ਕਰ ਰਿਹਾ ਹਾਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਪ੍ਰੋਗਰਾਮ ਦੀ ਅਸੀਂ ਲੱਖ ਲੱਖ ਵਧਾਈ ਹੋਈ। ਤੇ ਖਾਲਸਾ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਪਵਿੱਤਰ ਇਤਿਹਾਸ ਮੈਂ ਆਪ ਜੀ ਨਾਲ ਸਾਂਝਾ ਕਰਨਾ, ਕਿਉਂਕਿ ਅਜੇ ਪਰਸੋਂ ਹੀ ਇਹ ਪਵਿੱਤਰ ਦਿਹਾੜਾ, ਇਹ ਗੁਰਪੁਰਬ ਲੰਘ ਕੇ ਗਿਆ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮੱਖਣ ਸ਼ਾਹ ਲਵਾਣਾ ਗੁਰੂ ਲਾਧੋ ਅੱਜ ਖਾਲਸਾ ਜੀ ਹਫ਼ਤਾਵਾਰੀ ਪ੍ਰੋਗਰਾਮ ਜਿਹੜਾ ਹੈ, ਇਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਉੱਥੇ ਸ਼ੁਰੂ ਹੋ ਚੁੱਕਾ ਹੈ। ਇਹੀ ਸਾਰਾ ਪ੍ਰੋਗਰਾਮ ਉੱਥੇ ਹਫ਼ਤਾਵਾਰੀ ਚੱਲਣਾ ਹੈ। ਇਹ ਪ੍ਰੋਗਰਾਮ ਇਹੀ ਬਣਿਆ ਕਿ ਇਹੀ ਪਵਿੱਤਰ ਆਪ ਜੀ ਨਾਲ ਇਹ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾਵੇ ਕਿ ਅਰਦਾਸ ਦੀ ਮਹਾਨਤਾ ਕੀ। ਸਿੱਖ ਨੂੰ ਸਭ ਤੋਂ ਵੱਡਾ ਭਰੋਸਾ ਅਰਦਾਸ ਤੇ ਅਰਦਾਸ ਦੀ ਕਿੰਨੀ ਵੱਡੀ ਤਾਕਤ ਹੈ। ਤੁਸੀਂ ਆਪਣੇ ਮਨ ਦੀਆਂ ਬਿਰਥੀਆਂ ਲੈ ਚਲੋ। ਕਸ਼ਮੀਰ ਦੇ ਇਲਾਕੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ, ਜਿਸ ਪਿੰਡ ਦਾ ਨਾਮ ਟਾਂਡਾ ਪਿੰਡ ਕਰਕੇ ਆਉਂਦਾ। ਇਸ ਪਿੰਡ ਵਿੱਚ ਇੱਕ ਮਨੁੱਖ ਦਾ ਜਨਮ ਹੋਇਆ ਜਿਹਦਾ ਨਾਮ ਇਤਿਹਾਸ ਵਿੱਚ ਮੱਖਣ ਸ਼ਾਹ ਲਵਾਣਾ ਕਰਕੇ ਆਉਂਦਾ।
ਇਹਦਾ ਨਾਮ ਮੱਖਣ ਸ਼ਾਹ ਹੈ ਤੇ ਲਵਾਣਾ ਇਸ ਦੀ ਗੋਤ ਹੈ। ਇਹ ਖਾਲਸਾ ਜੀ ਆਪਣੇ ਟਾਈਮ ਤੇ ਬੜਾ ਵੱਡਾ ਧਨਾੜ ਬੰਦਾ ਹੈ। ਇਹਨਾਂ ਦਾ ਸ਼ਾਹੂਕਾਰਾ ਇਹ ਕਈ ਪੀੜ੍ਹੀਆਂ ਤੋਂ ਤੁਰਿਆ ਹੁੰਦਾ ਹੈ। ਇਹਦਾ ਖਾਲਸਾ ਜੀ ਬਾਪ ਵੀ ਸੇਠ ਹੈ, ਇਹਦਾ ਦਾਦਾ ਵੀ ਬੜਾ ਤਗੜਾ ਸ਼ਾਹੂਕਾਰ, ਇਹਦਾ ਪਰਦਾਦਾ। ਬੇਨਤੀ ਕਰਦੇ ਹਾਂ ਜੀ ਕਈ ਪੀੜ੍ਹੀਆਂ ਤੋਂ ਇਹਨਾਂ ਦਾ ਸ਼ਾਹੂਕਾਰਾ ਚੱਲਿਆ ਹੁੰਦਾ ਹੈ। ਤੇ ਮੱਖਣ ਸ਼ਾਹ ਦੇ ਟਾਈਮ ਤੇ ਇਹ ਖਾਲਸਾ ਜੀ ਉਸ ਟਾਈਮ ਤੇ ਬਹੁਤ ਵੱਡਾ ਸੌਦਾਗਰ ਹੈ, ਸ਼ਾਹੂਕਾਰ ਹੈ। ਕਿੱਥੋਂ ਤੱਕ ਇਤਿਹਾਸ ਕਹਿੰਦਾ ਵੀ ਉਸ ਟਾਈਮ ਤੇ ਇਹਦੇ ਕੋਲ 10,000 ਬਲਦ ਸੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਇਹਨੇ ਗੱਡੇ ਵੀ ਰੱਖੇ, ਇਹਨੇ ਘੋੜੇ ਵੀ ਰੱਖੇ, ਘੋੜੀਆਂ ਵੀ ਰੱਖੀਆਂ ਤੇ ਊਠ ਵੀ ਰੱਖੇ। ਏਡਾ ਤਗੜਾ ਇਹਦਾ ਕਾਰੋਬਾਰ। ਤੇ ਗਿਆਨੀ ਲੋਕ ਇਹ ਵੀ ਕਹਿੰਦੇ ਆ ਕਿ ਇਹਦੇ ਆਪਣੇ ਸਮੁੰਦਰੀ ਬੇੜੇ ਵੀ ਹੈ। ਇਹਨੇ ਇੱਕ ਦਿਨ ਖਾਲਸਾ ਜੀ ਤਰੇਮੂ ਦਰਿਆ, ਜਿੱਥੇ 3 ਦਰਿਆ ਇਕੱਠੇ ਹੁੰਦੇ, ਇਸ ਨੇ ਤਰੇਮੂ ਦਰਿਆ ਪਾਰ ਕੀਤਾ ਤੇ ਜਾ ਕੇ ਕੁਝ ਸਾਜੋ ਸਮਾਨ ਖਰੀਦਿਆ ਆਪਣੇ ਵਪਾਰ ਦੇ ਹਿਸਾਬ ਨਾਲ। ਇਹ ਸਾਰਾ ਹੀ ਸਾਜੋ ਸਮਾਨ ਖਰੀਦਿਆ ਇਹਨੇ ਆਪਣੇ ਸਮੁੰਦਰੀ ਬੇੜੇ ਵਿੱਚ ਰੱਖ ਦਿੱਤਾ ਅਤੇ ਸਾਰੇ ਹੀ ਮਲਾਵਾਂ ਨੂੰ ਇਸ਼ਾਰਾ ਕੀਤਾ। ਜਿਸ ਵੇਲੇ ਮੱਖਣ ਸ਼ਾਹ ਨੇ ਇਹਨਾਂ ਮਲਾਵਾਂ ਨੂੰ ਇਸ਼ਾਰਾ ਕੀਤਾ ਤੇ ਉਹਨਾਂ ਸਮੁੰਦਰੀ ਬੇੜਾ ਜਿਹੜਾ ਸੀ ਸਮੁੰਦਰ ਵਿੱਚ ਠੇਲ ਦਿੱਤਾ। ਕਹਿੰਦੇ ਆ ਕਿ ਜਦੋਂ ਵੱਧ ਵਿਚਕਾਰ ਬੇੜਾ ਪਹੁੰਚਾ, ਉਸ ਕਰਤੇ ਦੀ ਕੁਦਰਤ ਉੱਪਰੋਂ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਖਾਲਸਾ ਜੀ ਠੱਕਾ ਬੜੀ ਜ਼ੋਰ ਦੀ ਵਗ ਰਿਹਾ। ਇੱਕ ਹਵਾ ਦਾ ਬੁੱਲਾ ਆਇਆ ਸੀ, ਜ਼ੋਰ ਦੀ ਆਇਆ। ਇਹ ਸਮੁੰਦਰੀ ਬੇੜਾ ਜਿਹੜਾ ਸੀ ਮੱਖਣ ਸ਼ਾਹ ਦਾ, ਇਹ ਹਵਾ ਦਾ ਬੁੱਲਾ ਧੱਕ ਕਿਤੇ ਸਮੁੰਦਰ ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ। ਇਹ ਮੱਖਣ ਸ਼ਾਹ ਦਾ ਬੇੜਾ ਜਿਹੜਾ ਸੀ ਡਾਵਾ ਢੋਲ ਹੋ ਗਿਆ। ਮੱਖਣ ਸ਼ਾਹ ਨੇ ਆਖਿਆ ਮੇਰਾ ਬੇੜਾ ਹੁਣ ਵੀ ਡੁੱਬਾ ਕੇ ਪਾਣੀ ਨੂੰ ਡੁੱਬਾ। ਇਹ ਪੈਰ ਦੇ ਬੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੰਬਿਆ। ਇਹਦੇ ਬੁੱਲਾਂ ਤੇ ਜਰਦੀ ਛਾ ਗਈ, ਇਹਦੇ ਹੱਥ ਪੈਰ ਕੰਬਣ ਲੱਗ ਪਏ। ਇਹ ਸਾਰੇ ਹੀ ਮਲਾਵਾਂ ਨੇ ਵੇਖਿਆ ਵੀ ਐਵੇਂ ਦਾ ਹੁੰਦਾ ਜਿਵੇਂ ਮੱਖਣ ਸ਼ਾਹ ਡਰ ਗਿਆ ਜਾਂਦਾ। ਸਾਰੇ ਹੀ ਮਲਾਵਾਂ ਨੇ ਇੱਕ ਸੁਰ ਹੋ ਕੇ ਆਖਿਆ ਗੁਰੂ ਕੀ ਸਾਧ ਸੰਗਤ ਵੀ ਆਖਿਆ ਮੱਖਣ ਸ਼ਾਹ ਤੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹੈ, ਤੂੰ ਗੁਰੂ ਦੀ ਨਿੱਤ ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹ ਕੇ ਮੁੜ ਕੇ ਨਿੱਤ ਅਰਦਾਸਾਂ ਕਰਦਾ ਹੈ। ਆਖਿਆ ਮੱਖਣ ਸ਼ਾਹ ਅੱਜ ਮੌਕਾ ਹੀ, ਜਿਸ ਗੁਰੂ ਦੀ ਨਿੱਤ ਬਾਣੀ ਪੜ੍ਹਦਾ ਹੈ ਉਹਨੂੰ ਆਵਾਜ਼ ਮਾਰ ਤੇ ਤੇਰਾ ਡੁੱਬਦਾ ਹੋਇਆ ਬੇੜਾ ਬੰਨੇ ਲੱਗ ਜਾ। ਸਾਰੇ ਹੀ ਮਲਾਵਾਂ ਦੇ ਕਹਿਣ ਤੇ ਮੱਖਣ ਸ਼ਾਹ ਨੇ ਅੰਤ ਧਿਆਨ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਡੁੱਬਦਾ ਹੋਇਆ ਬੇੜਾ ਜਿਹੜਾ ਕਿਨਾਰੇ ਲੱਗਣ ਵਾਸਤੇ ਮੱਖਣ ਸ਼ਾਹ ਕਿਵੇਂ ਬੇਨਤੀਆਂ ਕਰ ਰਿਹਾ, ਕਿਵੇਂ ਅਰਦਾਸਾਂ ਕਰ ਰਿਹਾ ਹੈ। ਪੰਜਾਬ ਦੀ ਧਰਤੀ ਤੋਂ ਆਇਆ ਹੋਇਆ ਕਵੀ ਸ਼ਬਦਾਂ ਕਵਿਤਾ ਵਿੱਚ ਇੰਜ ਪੇਸ਼ ਕਰ। ਇੱਕ ਦਿਨ ਅਚਨ ਚੇਤੀ ਆਗਣ ਲੱਗੀ, ਹੌਲੀ ਹੌਲੀ ਉਹ ਵੱਡਾ ਤੂਫਾਨ ਬਣ ਗਈ। ਕੁਝ ਵੀ ਸੋਚਦਾ ਨਹੀਂ ਬੇੜਾ ਡੋਲਦਾ ਹੈ, ਮੱਖਣ ਸ਼ਾਹ ਦੇ ਬਾਦੀ ਆਉਣ ਬਣ ਗਈ। ਹੋਣਾ ਹੋਰ ਤੇ ਕੁਝ ਨਹੀਂ ਹੋ ਸਕਦਾ, ਸਾਰੇ ਇੱਕਦਮ ਇਹੋ ਅਰਦਾਸ ਕਰਦੇ। ਮੱਖਣ ਸ਼ਾਹ ਨਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ। ਇੱਕ ਦਿਨ ਅਚਨ ਚੇਤੀ ਆਗਣ ਲੱਗੀ, ਹੌਲੀ ਹੌਲੀ ਉਹ ਵੱਡਾ ਤੂਫਾਨ ਬਣ ਗਈ। ਕੁਝ ਵੀ ਸੋਚਦਾ ਨਹੀਂ ਬੇੜਾ ਡੋਲਦਾ ਹੈ, ਮੱਖਣ ਸ਼ਾਹ ਦੇ ਬਾਦੀ ਆਣ ਬਣ ਗਈ। ਹੋਣਾ ਹੋਰ ਤੇ ਕੁਝ ਨਹੀਂ ਹੋ ਸਕਦਾ, ਸਾਰੇ ਇੱਕਦਮ ਇਹੋ ਅਰਦਾਸ ਕਰਦੇ। ਮੱਖਣ ਸ਼ਾਹ ਨਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ। ਮੱਖਣ ਸ਼ਾਹ ਨੂੰ ਗੱਲ ਕੋਈ ਔੜਦੀ ਨਹੀਂ, ਬੇੜਾ ਪਲੋ ਪਲੀ ਡੁੱਬਦਾ ਜਾ ਰਿਹਾ ਸੀ। ਹੰਝੂ ਡਿੱਗਦੇ ਸੀ ਹੱਥ ਜੁੜੇ ਹੋਏ, ਮਿੰਤਾਂ ਕਰ ਰਿਹਾ ਤਰਲੇ ਪਾ ਰਿਹਾ ਸੀ। ਬੇੜਾ ਘੇਰਿਆ ਜੋ ਕੁੰਮੜੇ ਘੇਰੀਆਂ ਨੇ, ਘੇਰੀਆਂ ਨੇ ਘੇਰੀਆਂ ਨੇ। ਬੇੜਾ ਘੇਰਿਆ ਜੋ ਕੁੰਮੜ ਘੇਰੀਆਂ ਨੇ, ਲਾ ਕੇ ਮੇਹਰ ਜੱਬੂ ਇਹਨੂੰ ਬਾਹਰ ਕਰਦੇ। ਮੱਖਣ ਸ਼ਾਹ ਦਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ। ਉੱਚੀ ਉੱਚੀ ਦਰਿਆ ਵਿੱਚ ਪੈਣ ਛੱਲਾਂ, ਬੱਦਲ ਗਰਜਦਾ ਤੇ ਬਿਜਲੀ ਕੜਕਦੀ।
ਤੇਰੇ ਹੁਕਮ ਬਿਨ ਪਾਣੀ ਨਾ ਹੱਲ ਸਕਦਾ। ਜੇ ਚਾਹੇ ਤਾਂ ਕੀ ਨਹੀਂ ਹੋ ਸਕਦਾ, ਜਿਹੜਾ ਹੋਇਆ ਨੀ ਵਿੱਚ ਸੰਸਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਔਖੀ ਵੇਲੇ ਪਰਮਾਤਮਾ ਯਾਦ ਆਉਂਦਾ, ਵੇਲੇ ਸੁੱਖਾਂ ਦੇ ਸਭ ਕੁਝ ਭੁੱਲ ਜਾਂਦਾ। ਬੰਦਾ ਕੱਖ ਵੀ ਨਹੀਂ ਆਕੜ ਵਿੱਚ ਆ ਕੇ, ਬਣ ਆਪ ਖੁਦਾ ਦੇ ਤੁਲ ਜਾਂਦਾ। ਮੈਨੂੰ ਆਪਣਾ ਸਮਝ ਕੇ ਰਾਹ ਚਰਨੀ, ਮੇਰੇ ਸੁਪਨੇ ਆ ਤਾਈ ਸਾਕਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਵੇਲੇ ਬਾਣੀ ਦੇ ਦੇਸ ਨੇ ਯਾਦ ਕੀਤਾ, ਸ਼ਰਨੇ ਆਇਆ ਜੋ ਉਸ ਨੂੰ ਤਾਰ ਦਿੱਤਾ। ਇੱਕ ਵਾਰ ਮਰਦਾਨੇ ਆਵਾਜ਼ ਮਾਰੀ, ਆ ਕੇ ਤਬਤ ਕੁੜਾਹੇ ਨੂੰ ਠਾਰ ਦਿੱਤਾ। ਇੱਕ ਵਾਰ ਮਰਦਾਨੇ ਆਵਾਜ਼ ਮਾਰੀ, ਆ ਕੇ ਤਬਤ ਕੁੜਾਹੇ ਨੂੰ ਠਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਅਸੀਂ ਡੁੱਬਦੇ ਵੇੜੇ ਨੂੰ ਤਾਰ ਦੇਂਦੇ, ਨੰਗੇ ਪੈਰੀ ਹੀ ਚੱਲ ਕੇ ਆਵਾਂਗਾ ਮੈਂ। ਬੇਟਾ ਹੋਰ ਪ੍ਰੇਮ ਨਾ ਕਰਾਂ ਬੇਟਾ, 500 ਮੋਹਰ ਦੀ ਭੇਟ ਚੜਾਵਾਂਗਾ ਮੈਂ। ਆਪਣੇ ਸੇਵਕਾਂ ਦੀ ਲਾਜ ਆਪ ਰੱਖੋ, ਦਾਤਾ ਜੋਦੜੀ ਤੇਰੇ ਦਰਬਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਲੋਕੀ ਕਹਿਣ ਨਾ ਗੁਰੂ ਨਹੀਂ ਹੋਣਾ ਸੱਚਾ, ਜੇਕਰ ਸੱਚਾ ਸੀ ਤੇ ਫਿਰ ਆਇਆ ਕਿਉਂ ਨਾ। ਹਰ ਵੇਲੇ ਜੋ ਗੁਰੂ ਆਰਾਧਦਾ ਸੀ, ਉਸ ਡੁੱਬਦੇ ਨੂੰ ਬੰਨੇ ਲਾਇਆ ਕਿਉਂ ਨਾ। ਜਿਹੜੇ ਗੁਰੂ ਦੀ ਗੱਦੀ ਨੂੰ ਨਿੰਦਦੇ ਨੇ, ਐਸੇ ਝੂਠਿਆਂ ਨੂੰ ਸ਼ਰਮਸ਼ਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਜਿਉਂ ਜਿਉਂ ਕਿਰਨ ਮੋਤੀ ਅੱਖੋਂ ਪ੍ਰੇਮ ਵਾਲੇ, ਮੇਰੇ ਪਾਤਸ਼ਾਹ ਨੂੰ ਤਰਸ ਆਈ ਜਾਵੇ। ਡੁੱਬਦੇ ਹੋਏ ਜਹਾਜ਼ ਨੂੰ ਡਾਹਾ ਮੋਢਾ, ਨੌਵਾਂ ਪਾਤਸ਼ਾਹ ਬੰਨੇ ਦੀ ਲਾਈ ਜਾਵੇ। ਵੇਖ ਸਿੱਖ ਦਾ ਪ੍ਰੇਮ ਦੱਲਾ ਵੀਰ ਸਿੰਘਾ, ਅੱਜ ਜੋਦਗੀ ਮੇਰੇ ਨਿਰੰਕਾਰ ਕਰ ਦੇ। ਮੱਖਣ ਸ਼ਾਲਾ ਬਾਣੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਸੱਚੇ ਪਾਤਸ਼ਾਹ ਵੇੜੇ ਨੂੰ ਪਾਰ ਕਰ ਦੇ। ਗੁਰੂ ਕੀ ਸਾਧ ਸੰਗਤ ਪ੍ਰਸੰਗ ਚੱਲ ਰਿਹਾ ਹੈ ਅਰਦਾਸ ਦੀ ਮਹਾਨਤਾ। ਸਾਡੇ ਜਥੇਦਾਰ ਜੀ ਜਦੋਂ ਪ੍ਰਚਾਰ ਕਰਦੇ ਨੇ, ਬਜ਼ੁਰਗ ਹੋ ਚੁੱਕੇ ਨੇ, ਇਹਨਾਂ ਦੀ ਆਵਾਜ਼ ਵਿੱਚ ਇੱਕ ਲਚਕ ਜੀ ਆਉਂਦੀ ਹੈ, ਜਾਣੀ ਕਿ ਗਲਾ ਇਹਨਾਂ ਦਾ ਪਹਿਲੋਂ ਅੱਗੇ ਬੋਲਦੇ ਰਹੇ ਸੀ ਜਵਾਨੀ ਬਾਰੇ, ਤੇ ਹੁਣ ਖਰਾਬ ਹੈ। ਤੇ ਇਹ ਖਰਾਬ ਕਿਵੇਂ ਹੋਇਆ? ਸਾਧ ਸੰਗਤ ਜੀ, ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮਹਿਤਾ ਸਾਹਿਬ ਤੋਂ ਗ੍ਰਿਫਤਾਰੀ ਦਿੱਤੀ, ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਸਨ, ਤੇ 4 ਜਥੇ ਉਹਨਾਂ ਦੇ ਉੱਥੇ ਗੇਟ ਅੱਗੇ ਸੇਵਾ ਕਰਿਆ ਕਰਦੇ ਸਨ। ਉਹਨਾਂ ਵਿੱਚ ਗਿਆਨੀ ਗੁਰਨਾਮ ਸਿੰਘ ਜੀ ਬਨੇਹਾਲਾ, ਜਗੀਰ ਸਿੰਘ ਜੀ ਮਸਤ, ਜਗੀਰ ਸਿੰਘ ਮਸਤ ਦੇ ਨਾਲ 2 ਗਿਆਨੀ ਨਿਰਮਲ ਸਿੰਘ ਜੀ ਚੋਲਾ ਸਾਹਿਬ ਵਾਲੇ ਸਨ, ਤੇ ਨਾਲ ਮੇਰੇ ਪਿਤਾ ਗਿਆਨੀ ਅਮਰ ਸਿੰਘ ਜੀ ਬਨੇਹਾਲਾ, ਇੱਕ ਨਾਭੇ ਵਾਲੀਆਂ ਬੀਬੀਆਂ ਦਾ ਜਥਾ ਹੁੰਦਾ ਸੀ। ਇਹ 4 ਜਥੇ ਸੇਵਾ ਕਰਦੇ ਹੁੰਦੇ ਸਨ। ਫਿਰ ਸਾਧ ਸੰਗਤ ਜੀ, ਜਦੋਂ ਅਟੈਕ ਹੋਇਆ 84 ਦਾ, ਉਸ ਤੋਂ ਬਾਅਦ ਜੁਝਾਰੂ ਸਿੰਘਾਂ ਦਾ ਦੌਰ ਚੱਲਿਆ, ਤੇ ਸਾਡੇ ਜਥੇਦਾਰ ਸਾਹਿਬ ਮਾਨਸਾ ਕਾਲਜ ਵਿੱਚ ਤਕਰੀਰ ਕਰਕੇ ਆਏ ਆਪਣੇ ਜਥੇ ਸਮੇਤ। ਉੱਥੇ ਬੋਲੇ ਬੀਬੀ ਬਿਮਲ ਕੌਰ ਜੀ ਖਾਲਸਾ, ਸਤਿਕਾਰਯੋਗ ਸੰਤਾਂ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਜੀ, ਤੇ ਸਾਡੇ ਜਥੇਦਾਰ ਜੀ। ਇਹਨਾਂ ਉੱਤੇ ਦੇਸ਼ ਧਰੋਹੀ ਦਾ ਕੇਸ ਚੱਲਿਆ, ਤੇ 1 ਸਾਲ ਬਾਅਦ ਜਦੋਂ ਇਹਨਾਂ ਤੇ ਕੇਸ ਹੋਇਆ, ਉਸ ਤੋਂ 1 ਸਾਲ ਬਾਅਦ ਪੁਲਿਸ ਨੇ ਇਹਨਾਂ ਨੂੰ ਪਿੰਡੋਂ ਆਣ ਕੇ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ 5 ਮਹੀਨੇ ਤੇ 17 ਦਿਨ ਬਠਿੰਡੇ ਦੀ ਜੇਲ੍ਹ ਵਿੱਚ ਰੱਖਿਆ। ਤੇ ਸਭ ਤੋਂ ਸੌਖਾ ਜਿਹੜਾ ਹੈ, ਸਸਤਾ ਜਿਹੜਾ ਹੈ, ਉਹ ਇੱਕ ਲੂਣ ਦਾ ਪੈਕਟ ਹੈ। ਤੇ ਸਾਡੇ ਜਿਹੜੇ ਪੰਥ ਦਰਦੀ ਹੈ ਨਾ, ਉਹਨਾਂ ਨੇ ਇੱਕ ਲੂਣ ਦਾ ਪੈਕਟ ਵੀ ਜਥੇਦਾਰ ਦੇ ਮਗਰ ਨਹੀਂ ਦਿੱਤਾ। ਚਲੋ ਇਹ ਗੱਲਾਂ ਕਰਨ ਦੀ ਲੋੜ ਨਹੀਂ। ਉਸ ਤੋਂ ਬਾਅਦ ਜਦੋਂ ਜ਼ਮਾਨਤ ਤੇ ਰਿਹਾ ਹੋ ਕੇ ਆਏ, ਫਿਰ ਇਹਨਾਂ ਨੇ ਧਰਮ ਦੀ ਗੱਲ ਜੋ ਸੰਤ ਜਰਨੈਲ ਸਿੰਘ ਜੀ ਨੇ ਪੱਕੀ ਕੀਤੀ ਸੀ ਉਹ ਕਰਨੀ ਹੈ, ਉਹ ਕਰਦੇ ਰਹੇ। ਸਾਡੇ ਇਲਾਕੇ ਵਿੱਚ ਨਗਰ ਸੋਹਲ ਹੈ, ਉੱਥੇ ਤਕਰੀਰ ਕਰ ਰਹੇ ਸਨ, ਪੁਲਿਸ ਨੇ ਘੇਰਾ ਪਾ ਲਿਆ।
ਜਦੋਂ ਘੇਰਾ ਪਿਆ ਤੇ ਉਹ ਥਾਣੇਦਾਰ ਸੀ ਜਿਹੜਾ, ਉਹਦਾ ਨਾਂ ਸੀ ਸੂਬਾ ਸਰਾਬ। ਜਿਸ ਤਰ੍ਹਾਂ ਆਪ ਸੰਗਤਾਂ ਸੱਜੀਆਂ ਬੈਠੀਆਂ ਨੂੰ ਜਥੇਦਾਰ ਤਕਰੀਰ ਕਰ ਰਹੇ ਸਨ, ਇਹਨਾਂ ਦਾ ਹਜ਼ੂਰੀਆ ਹੀ ਇਹਨਾਂ ਦੇ ਗਲ ਵਿੱਚ ਪਾ ਕੇ ਉਸਨੇ ਆਪਣੀ ਬੰਦੂਕ ਦੀ ਨਾਲੀ ਨਾਲ ਇਹਨਾਂ ਨੱਪਣਾ ਸ਼ੁਰੂ ਕਰਤਾ, ਗਲ ਘੁੱਟ ਕੇ। ਉੱਥੇ ਸੰਗਤ ਦੇ ਵਿੱਚ ਇੰਨਾ ਜ਼ਿਆਦਾ ਕੁੱਟਿਆ ਕਿ ਮਰਨਾਊ ਕਰ ਦਿੱਤਾ। ਫਿਰ ਉੱਥੋਂ ਇਹਨਾਂ ਨੂੰ ਚੁੱਕ ਕੇ ਝਬਾਲ ਥਾਣੇ ਖੜਿਆ ਗਿਆ। ਉੱਥੇ 3 ਵਾਰੀ ਇਹਨਾਂ ਨੂੰ ਪੁੱਠਾ ਲਮਕਾ ਕੇ ਤੇ ਉਹ ਤਸ਼ੱਦਦ ਕਰਦਾ ਰਿਹਾ, ਥਾਂ ਤੇ ਸੱਟਾਂ ਮਾਰਦਾ ਰਿਹਾ। ਇਹਨਾਂ ਦੀ ਖੱਬੀ ਵੱਖੀ ਵਿੱਚ ਐਸੇ ਜ਼ੋਰ ਦੀ ਬੰਦੂਕ ਦਾ ਬੱਟ ਮਾਰਿਆ ਤੇ ਇਹਨਾਂ ਦਾ ਗਲਾ ਜਿਹੜਾ ਖਰਾਬ ਹੋ ਗਿਆ। ਫਿਰ ਉਹਨੇ ਨਾਲ ਇਹ ਵੀ ਕਿਹਾ, ਗੁਰਨਾਮ ਸਿੰਘ ਤੂੰ ਕਹਿੰਦਾ ਮੈਂ ਖਾੜਕੂ ਸਿੰਘਾਂ ਦੀਆਂ ਵਾਰਾਂ ਬੋਲਣੀਆਂ ਏ, ਮੈਂ ਤੈਨੂੰ ਬੋਲਣ ਜੋਗਾ ਨਹੀਂ ਛੱਡੂਗਾ। ਪਰ ਸਾਧ ਸੰਗਤ ਜੀ, ਉਹ ਜਿਹੜਾ ਮਨੁੱਖ ਸੀ ਕੀੜੇ ਪੈ ਕੇ ਮਰਿਆ ਤੇ ਗੁਰਨਾਮ ਸਿੰਘ ਦੇ ਉੱਤੇ ਮਹਾਰਾਜ ਨੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਏਡੀ ਨਜ਼ਰੇ ਰਹਿਮਤ ਕੀਤੀ। ਪਹਿਲੋਂ ਉਹਨਾਂ ਨੇ ਆਪ ਬਾਂਹ ਫੜੀ, ਇਹਨਾਂ ਨੂੰ SGPC ਵਿੱਚ ਸਰਵਿਸ ਮਿਲ ਗਈ। ਉਸ ਤੋਂ ਬਾਅਦ ਬਾਂਹ ਫੜੀ ਸਿੱਖ ਕੌਮ ਦੇ ਮਹਾਨ ਸੰਤ ਗਿਆਨੀ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਮਹਾਂਪੁਰਸ਼। ਜਦੋਂ ਅਸੀਂ 14 ਵਿੱਚ ਆਏ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਗਿਆਨੀ ਜੀ ਤੇ ਬਹੁਤ ਤਸ਼ੱਦਦ ਹੋਇਆ, ਉਹਨਾਂ ਨੇ ਸਾਨੂੰ ਸੱਦ ਕੇ ਆਪ ਸਮੋਸਾ ਦਿੱਤੀ ਕਿ ਤੁਸੀਂ ਜਾਓ ਯੂਕੇ ਦਾ ਚੱਕਰ ਲਾ ਕੇ ਆਓ। ਫਿਰ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਵੀਰ ਜੀ ਸੰਗਤ ਵਿੱਚ ਬਿਰਾਜਮਾਨ ਨੇ, ਵੀਰ ਜਗਜੀਤ ਸਿੰਘ ਜੀ, ਜਿਨ੍ਹਾਂ ਨੇ ਸਾਊਥ ਹਾਲ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਦੂਜੀ ਵਾਰੀ ਸਾਨੂੰ ਇਹ ਯੂਕੇ ਦੀ ਧਰਤੀ ਉੱਤੇ ਆਉਣ ਦਾ ਜਿਹੜਾ ਹੈ ਮੌਕਾ ਪ੍ਰਦਾਨ ਕੀਤਾ। ਤੁਸੀਂ ਹੁਣੇ ਵੇਖੋਗੇ ਜਦੋਂ ਜਥੇਦਾਰ ਜੀ ਪ੍ਰਚਾਰ ਕਰਨਗੇ ਨਾ, ਵਿੱਚ ਆਉਂਦਾ ਹੈ। ਤੇ ਅਸੀਂ ਧੰਨਵਾਦੀ ਹਾਂ ਵੀਰ ਸਿਮਰਜੀਤ ਸਿੰਘ ਜੀ। ਜੇ ਸਾਧ ਸੰਗਤ ਜੀ ਨੂੰ ਪਤਾ ਲਿਆ ਨਾ, ਜਦੋਂ ਗਿਆਨੀ ਜੀ ਤਸ਼ੱਦਦ ਹੋਇਆ ਨਾ, ਬੁਰੀ ਹਾਲਤ ਨਾਲ ਤੁਰ ਰਹੇ ਸਨ ਤੇ ਭਾਈ ਨਿਰਮਲ ਸਿੰਘ ਜੀ ਇਹਨਾਂ ਦੇ ਕੋਲ ਆਏ। ਇਹਨਾਂ ਦੀ ਅੱਖਾਂ ਵਿੱਚੋਂ ਮੋਟੇ ਅਥਰੂ ਜਿਹੜੇ ਗਿਰਨੇ ਸ਼ੁਰੂ ਹੋ ਗਏ। ਤਾਂ ਕਹਿਣ ਲੱਗੇ, ਗੁਰਨਾਮ ਸਿੰਘ ਕੀ ਗੱਲ, ਇਸ ਤਰ੍ਹਾਂ ਦਿਲੋਂ ਕੰਮ ਕਰਦਾ ਹੈ? ਤੇ ਇਹਨਾਂ ਨੇ ਆਖਿਆ, ਨਿਰਮਲ ਸਿੰਘ ਕੀ ਮੈਂ ਗਰੀਬ ਬੰਦਾ ਕਰਕੇ ਨੇ ਨਾ ਮੇਰੇ ਮਗਰ ਕੋਈ ਗਿਆ। ਜੇ ਕੋਈ ਵੱਡਾ ਲੀਡਰ ਆਪਣੀ ਕੌਮ ਦਾ ਕਾਬੂ ਆਇਆ ਹੁੰਦਾ ਤੇ ਬੜਿਆਂ ਨੇ ਜਾਣਾ ਸੀ। ਫਿਰ ਉਹਨਾਂ ਨੇ ਕੌਮੀ ਸ਼ਹੀਦ, ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਖਿਤਾਬ ਮਿਲਿਆ ਹੋਇਆ ਹੈ, ਸੰਤ ਗਿਆਨੀ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼, ਜਿਹੜੇ ਖਾੜਕੂ ਸਿੰਘਾਂ ਦੀ ਬੜੀ ਵੱਡੀ ਸੇਵਾ ਕਰਿਆ ਕਰਦੇ ਸਨ, ਨਿਰਮਲ ਸਿੰਘ ਨੇ ਉਹਨਾਂ ਦੇ ਕੋਲ ਖੜ ਕੇ ਤੇ ਸਾਡੇ ਗਿਆਨੀ ਜੀ ਦੀ ਸਹਾਇਤਾ ਕਰਾਈ। ਅੱਜ ਗੁਰੂ ਦੀ ਕਿਰਪਾ ਹੈ, ਅਸੀਂ ਦੇਸ਼ ਵਿਦੇਸ਼ ਵਿੱਚ ਸੰਤਾਂ ਦੇ ਚਰਨ ਪਰਸ ਰਹੇ ਹਾਂ। ਇਹ ਗੁਰੂ ਰਾਮਦਾਸ ਜੀ ਦੀ ਦਇਆ ਦ੍ਰਿਸ਼ਟੀ ਹੈ ਜੀ। ਆਓ ਜੀ ਕਹਿੰਦੇ ਗੁਰੂ ਕੀ ਸਾਧ ਸੰਗਤ, ਇਹ ਸਾਥੀ ਨੇ ਦੱਸਿਆ ਕਈ ਵਾਰ ਸਮਝਦੇ ਵੀ ਲੋਕੀ ਗਲੇ ਦੇ ਨਹੀਂ ਸੀ, ਮੇਰੇ ਫਰਕ ਕੋਈ ਵੀ। ਇਧਰਲੇ ਪਾਸੇ ਪੁੱਠੇ ਟੰਗਣਾ ਨਾਲ ਵਿੱਚ ਫਰਕ ਪੈ ਗਿਆ ਸੀ। ਅੱਜ ਮਾਲਕ ਦੀ ਕਿਰਪਾ ਅਸੀਂ ਫੇਰ ਪੰਥ ਦੀ ਸੇਵਾ ਕਰ ਰਹੇ ਹਾਂ, ਕੌਮ ਦੀ ਸੇਵਾ ਕਰ ਰਹੇ ਹਾਂ, ਧਰਮ ਦੀ ਸੇਵਾ ਕਰ ਰਹੇ ਹਾਂ। ਇਹੀ ਮਨ ਵਿੱਚ ਅਰਦਾਸ ਹੈ। ਪ੍ਰਸੰਗ ਵੀ ਅਸੀਂ ਅਰਦਾਸ ਦਾ ਸ਼ੁਰੂ ਕੀਤਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜਿੰਨੇ ਵੀ ਜ਼ਿੰਦਗੀ ਦੇ ਸਵਾਸ ਆ ਬਾਕੀ ਰਹਿੰਦੇ, ਅਸੀਂ ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹੀਏ। ਇਹ ਸਾਰਾ ਕੁਝ ਮਾਲਕ ਆਪ ਹੀ ਕਰਵਾ ਦੇ। ਤੁਸੀਂ ਕਵਿਤਾ ਸਰਵਣ ਕੀਤੀ ਹੈ, ਮੱਖਣ ਸ਼ਾਹ ਲਬਾਣੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਬੇੜੇ ਨੂੰ ਪਾਰ ਕਰਦੇ। ਭਲਾ ਅੱਜ ਸੋਚੀਏ ਵੀ ਅੱਜ ਸਾਡੇ ਬੇੜੇ ਪਾਰ ਨਹੀਂ ਹੁੰਦੇ, ਖਾਲਸਾ ਜੀ ਬੇੜੇ ਅੱਜ ਵੀ ਪਾਰ ਹੁੰਦੇ। ਔਰ ਮੱਖਣ ਸ਼ਾਹ ਵਾਲੀ ਭਾਵਨਾ ਬਣਾਉਣੀ ਪਵੇਗੀ, ਬਾਬੇ ਫਰੀ ਚੰਦ ਵਾਲੀ ਭਾਵਨਾ ਬਣਾਉਣੀ ਪਵੇਗੀ, ਭਾਈ ਮਰਦਾਨਾ ਜੀ ਵਾਲੀ ਭਾਵਨਾ ਬਣਾਉਣੀ ਪਵੇਗੀ। ਵੇਖੋ ਕੌਡੇ ਰਾਖਸ਼ ਦੇ ਹੱਥਾਂ ਵਿੱਚ ਆਇਆ ਤੇ ਤੇਲ ਦਾ ਕੜਾਇਆ ਜਿਹੜਾ ਤਪਦਾ ਹੈ ਤੇ ਕੌਡਾ ਰਾਖਸ਼ ਤਿਆਰੀ ਕਰੀ ਬੈਠਾ ਤੇ ਮਰਦਾਨੇ ਨੂੰ ਤਲ ਕੇ ਖਾਣਾ। ਮਰਦਾਨੇ ਵੇਖਿਆ ਕਿ ਅੱਗੇ ਵੱਧ ਕੇ ਸਾਂ ਹੁੰਦੇ ਪਏ। ਇਹ ਖਾਲਸਾ ਜੀ ਜਦੋਂ ਫਿਰ ਵੇਖਿਆ ਕਿ ਉਲਝਾਵ ਦਾ ਵੀ ਅੰਤਮ ਸਮਾਂ ਆਉਣ ਵਾਲਾ ਹੈ, ਫਿਰ ਖਾਲਸਾ ਜੀ ਆਪਣੇ ਬਾਪੂ ਨੂੰ ਆਵਾਜ਼ ਮਾਰੀ, ਆਪਣੇ ਬਾਬੇ ਨੂੰ ਆਵਾਜ਼ ਮਾਰੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਖਿਆ, ਬਾਬਾ ਅੱਜ ਬਚਾ ਲੈ ਤੇ ਫਿਰ ਨਿਜਤ ਕਰ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੌਡੇ ਰਾਖਸ਼ ਤੋਂ ਬਚਾ ਲਿਆ। ਆਪਾਂ ਬੜਾ ਸੋਚੀਏ ਵੀ ਆਪਾਂ ਵੀ ਕਦੇ ਸੱਚੇ ਦਿਲ ਤੋਂ ਆਵਾਜ਼ ਮਾਰੀ ਬੈਠੇ ਹਾਂ, ਆਪਾਂ ਅਸੀਂ ਸੱਚੇ ਦਿਲ ਤੋਂ ਆਵਾਜ਼ ਮਾਰੀ। ਜਿਹੜਾ ਨਹੀਂ ਖਾਲਸਾ ਜੀ ਸੱਚੇ ਦਿਲ ਤੋਂ ਆਵਾਜ਼ ਮਾਰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਸੁਣਦੇ। ਆਪਾਂ ਇਤਿਹਾਸ ਪੜ੍ਹਦੇ ਹਾਂ, ਬਾਬੇ ਫਰੀ ਚੰਦ ਪੱਟੀ ਦੇ ਵਿੱਚ ਬਾਦੇ ਪੱਠ ਵਿੱਚ ਬੈਠੇ ਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਕੀ ਡੋਲੀ ਵਿੱਚ ਬੈਠੇ ਆ ਤੇ ਖਾਲਸਾ ਜੀ ਬਲਦੇ ਪੱਠ ਵਿੱਚ ਹੱਥ ਜੋੜ ਕੇ ਬਾਬਾ ਫਰੀ ਚੰਦ ਨੇ ਬੇਨਤੀ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਕੌਣ ਰੱਖੇ। ਹੁਣ ਖਾਲਸਾ ਜੀ ਗੁਰੂ ਅੰਦਰ ਦੀਆਂ ਬੁੱਝਦਾ ਹੈ, ਕੜ ਕੇ ਅੰਦਰ ਕੀ ਸ਼ਾਂਤ ਭਲੇ ਬਰੇਖੀ ਪੀਰ ਪਛਾਨਤ ਅੰਦਰ ਦੀਆਂ ਬੁੱਝ ਗਏ। ਤੇ ਖਾਲਸਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਭਾਈ ਕੀ ਡੋਲੀ ਵਿੱਚ ਬੈਠੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਛੇਤੀ ਛੇਤੀ ਠੰਡੇ ਦਲ ਦੀਆਂ ਗਾਗਰਾਂ ਭਰ ਕੇ ਲਿਆਦੀਆਂ ਜਾਣ। ਗੁਰੂ ਕੇ ਸਿੱਖਾਂ ਨੇ ਦਲ ਦੀਆਂ ਗਾਗਰਾਂ ਭਰ ਕੇ ਲਿਆਦੀਆਂ ਤੇ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਬਦਨ ਤੇ ਪਾਈ। ਖਾਲਸਾ ਜੀ ਬਾਬੇ ਫਰੀ ਚੰਦ ਦਾ ਸੇਕ ਜਿਹੜਾ ਹੈ ਉਹ ਆਪਣੇ ਤਨ ਤੇ ਸੇਕਿਆ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ।
ਸ੍ਰੀ ਵਾਹਿਗੁਰੂ। ਜਿਹੜਾ ਖਾਲਸਾ ਜੀ ਉਹਦਾ ਹੋ ਜਾਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਸਦਾ ਅੰਗ ਸੰਗ ਉਹਦੇ ਹੋਣਾ ਹੀ ਹੋਣਾ। ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ ਹੋਵੇ। ਬੇਨਤੀ ਕਰਿਆ ਹਾਂ ਮੱਖਣ ਸ਼ਾਹ ਨੇ ਅੰਤਰ ਧਾਨ ਉੱਤੇ ਅਰਦਾਸ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਕਿਆ ਮਹਾਰਾਜ ਸੱਚੇ ਪਾਤਸ਼ਾਹ ਸ਼ੁਰੂ ਤੋਂ ਲੈ ਕੇ ਆਖਿਆ ਸਾਡਾ ਪਰਿਵਾਰ ਮੇਰੇ ਦਾਦੇ ਪੜਦਾਦੇ ਜਿਹੜੇ ਆ ਤੁਹਾਡੇ ਘਰ ਨੂੰ ਮੰਨ ਰਹੇ, ਆਪਣੀ ਕਿਰਤ ਕਮਾਈ ਵਿੱਚੋਂ ਤੋਂ ਸੰਬੰਧ ਵੀ ਦਿੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਮੈਂ ਉਸੇ ਹੀ ਲੀਹ ਤੇ ਚੱਲ ਰਿਹਾ ਹਾਂ ਵੱਡਿਆਂ ਦੀ ਤੇ ਆਪਣੀ ਕਿਰਤ ਕਮਾਈ ਵਿੱਚੋਂ ਤੋਂ ਸੰਬੰਧ ਵੀ ਦਿੰਦਾ ਹੈ ਤੇ ਹੋਰ ਵੀ ਪੇਟਾ ਲੈ ਕੇ ਆਉਣਾ ਹੈ। ਤੇ ਮਾਲਕਾ ਜੇ ਤੂੰ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਮੇਰਾ ਡੁੱਬਦਾ ਬੇੜਾ ਬੰਨੇ ਲਾ ਦਵੇਂ ਤੇ 500 ਮੋਹਰ ਦੀ ਥੈਲੀ ਜਿਹੜੀ ਹੈ ਤੁਹਾਡੇ ਚਰਨਾਂ ਤੇ ਲਿਆਣ ਕੇ ਮੱਥਾ ਟੇਕਣ, ਹੋਰ ਵੀ ਪਟਾਵਾ ਲੈ ਕੇ ਆਵਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਸੁਣੀ, ਮੱਖਣ ਸ਼ਾਹ ਦੀ ਬਾਤ ਸੁਣ ਲਈ ਤੇ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਜਿਹੜਾ ਸੀ ਕਿਨਾਰੇ ਲਾ ਦਿੱਤਾ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਰਥੀ ਕਦੇ ਨਾ ਹੋਵੇ ਜਲ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਕਹਿੰਦੇ ਆ ਕਿ ਜਿਸ ਵੇਲੇ ਇਹ ਸਮੁੰਦਰੀ ਬੇੜਾ ਪਾਰ ਹੋ ਗਿਆ ਤੇ ਮੱਖਣ ਸ਼ਾਹ ਆਪਣੇ ਬੇੜੇ ਚੋਂ ਉਤਰਿਆ। ਇਹ ਫਿਰ ਆਪਣੇ ਘਰ ਵੱਲ ਨੂੰ ਨਹੀਂ ਤੁਰਿਆ, ਆਪਣੇ ਪਿੰਡ ਵੱਲ ਨੂੰ ਨਹੀਂ ਤੁਰਿਆ। ਜੋ ਖਾਲਸਾ ਜੀ ਗੁਰੂ ਦੇ ਨਾਲ ਬਚਨ ਕੀਤਾ ਸੀ ਤੇ ਜਿਸ ਗੁਰੂ ਨੇ ਬੇੜਾ ਬੰਨੇ ਲਾਇਆ ਸੀ ਉਹਦੇ ਦਰਸ਼ਨਾਂ ਨੂੰ ਤੁਰ ਪਿਆ। ਉਸ ਟਾਈਮ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਵਿੱਚ ਸਨ। ਅੱਜ ਵਰਗਾ ਤੇ ਯੁੱਗ ਨਹੀਂ ਸੀ, ਨਾ ਕੋਈ ਬੱਸਾਂ ਦਾ, ਨਾ ਕੋਈ ਕਾਰਾਂ ਦਾ, ਨਾ ਕੋਈ ਟਰੱਕਾਂ ਦਾ। ਅੱਜ ਦੇ ਆਪਾਂ ਨੂੰ ਮਾਲਕ ਨੇ ਬੜੇ ਸੁੱਖ ਦੇ ਦਿੱਤੇ। ਖਾਲਸਾ ਜੀ ਇੱਕ ਇੱਕ ਮਨੁੱਖ ਕੋਲੇ 4-4 ਸਾਧਨ ਘਰ ਵਿੱਚ ਖਲੋਤੇ, ਪਰ ਉਦੋਂ ਇਹੋ ਜਿਹੇ ਸੁੱਖ ਨਹੀਂ ਸਨ, ਇਹੋ ਜਿਹੇ ਸਾਧਨ ਨਹੀਂ ਸਨ। ਇਹ ਸਫ਼ਰ ਜਿਹੜਾ ਸੀ ਪੈਦਲ ਹੀ ਕੀਤਾ ਜਾਂਦਾ। ਇਹ ਮੱਖਣ ਸ਼ਾਹ ਇੱਥੋਂ ਉਤਰ ਕੇ ਆਪਣੇ ਸਮੁੰਦਰੀ ਬੇੜੇ ਦੇ ਉੱਤੇ ਦਿੱਲੀ ਨੂੰ ਤੁਰਿਆ। ਇਹ ਜਿਸ ਵੇਲੇ ਦਿੱਲੀ ਵਿੱਚ ਪਹੁੰਚਾ ਤੇ ਖਾਲਸਾ ਜੀ 1664 ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ। ਤੇ ਜਿਸ ਵੇਲੇ ਜੋਤੀ ਜੋਤ ਸਮਾਉਣ ਲੱਗੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਆਪਣੇ ਪਿਆਰੇ ਸਿੱਖਾਂ ਨੂੰ ਲਾਗੇ ਇਕੱਠਿਆਂ ਕੀਤਾ, ਕੋਲੇ ਸੱਦ ਕੇ ਤੇ ਹੁਕਮ ਕੀਤਾ। ਤਾਂ ਉਹਨੂੰ ਖਾਲਸਾ ਜੀ ਬਾਂਹ ਉੱਚੀ ਕਰਕੇ ਇਸ਼ਾਰਾ ਕੀਤਾ ਆਪਣੇ ਸਿੱਖਾਂ ਨੂੰ। ਕੀ ਆਖਿਆ? ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ, ਬਾਬਾ ਬਸੇ ਗ੍ਰਾਮ ਬਕਾਲੇ। ਇਹ ਦੱਸ ਦਿੱਤਾ ਵੀ ਜਿਹੜਾ ਆਉਣ ਵਾਲਾ ਗੁਰੂ ਹੈ ਉਹ ਇਸ ਟਾਈਮ ਤੇ ਬਾਬੇ ਬਕਾਲੇ ਦੀ ਧਰਤੀ ਤੇ। ਉਹ ਖਾਲਸਾ ਜੀ ਕੌਣ? ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਸਭ ਤੋਂ ਛੋਟੇ ਸੁਪੁੱਤਰ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਪਹਿਲਾ ਤਿਆਗਮੱਲ ਆਉਂਦਾ ਹੈ। ਕਰਤਾਰਪੁਰ ਦੀ ਜੰਗ ਲੜੀ, ਐਸੀ ਬਹਾਦਰੀ ਵਿਖਾਈ ਤੇ ਖਾਲਸਾ ਜੀ ਐਸੀ ਤੇਗ ਚਲਾਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਛੋਟੇ ਸੁਪੁੱਤਰ ਨੂੰ ਉਹਨਾਂ ਨੇ ਤਲਵਾਰ ਚਲਾਉਂਦਿਆਂ ਵੇਖਿਆ ਕਰਤਾਰਪੁਰ ਦੀ ਜੰਗ ਵਿੱਚ ਤੇ ਖੁਸ਼ ਹੋ ਕੇ ਖਾਲਸਾ ਜੀ ਉਹਨਾਂ ਦਾ ਨਾਮ ਤਿਆਗਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕਰ ਰਿਹਾ ਹਾਂ, ਪਰ ਇਸ ਤੋਂ ਪਹਿਲਾਂ ਤਿਆਗਮੱਲ ਜੀ ਘੋੜੇ ਵਿੱਚ ਬੈਠਿਆ ਤੇ ਭਗਤੀ ਕਰ ਰਹੇ। ਇਹ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਸਿੱਖਾਂ ਨੂੰ ਦੱਸ ਗਏ। ਸਿੱਖਾਂ ਤੋਂ ਪੁੱਛਿਆ, ਉਹਨਾਂ ਨੇ ਆਖਿਆ ਥੋੜੇ ਦਿਨ ਹੋਇਆ ਤੇ ਗੁਰੂ ਜੀ ਜੋਤੀ ਜੋ ਸਮਾ ਗਏ। ਉਹ ਦੱਸ ਗਿਆ ਵੀ ਆਉਣ ਵਾਲਾ ਗੁਰੂ ਜਿਹੜਾ ਹੈ ਇਹ ਬਾਬੇ ਬਕਾਲੇ ਦੀ ਧਰਤੀ ਤੇ। ਮੱਖਣ ਸ਼ਾਹ ਪਹਿਲਾਂ ਤੇਰਾ ਦਿੱਲੀ ਪਹੁੰਚਾ, ਉੱਥੋਂ ਦਿੱਲੀ ਤੋਂ ਸਿੱਖਾਂ ਨੂੰ ਦੱਸਿਆ, ਉੱਥੋਂ ਫਿਰ ਤੁਰਿਆ ਅਤੇ ਮੰਜ਼ਿਲਾਂ ਨੂੰ ਤੈਅ ਕੀਤਾ। ਕਿੱਥੇ ਪਹੁੰਚਿਆ? ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚ ਗਿਆ। ਇੱਥੇ ਖਾਲਸਾ ਜੀ ਜਦੋਂ ਮੱਖਣ ਸ਼ਾਹ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਾ ਤੇ ਗੁਰੂ ਕੇ ਪਰਿਵਾਰ ਵਿੱਚੋਂ ਇੱਥੇ ਇਤਿਹਾਸ ਕਹਿੰਦਾ ਵੀ ਮੱਖਣ ਸ਼ਾਹ ਦੇ ਆਉਣ ਤੋਂ ਪਹਿਲਾਂ ਇੱਥੇ 22 ਮੰਜੀਆਂ ਢਾਹ ਕੇ ਬਹਿ ਗਏ। ਕਾਹਦੇ ਵਾਸਤੇ? ਇੱਕ ਕਹਿੰਦਾ ਵੀ ਪੱਗ ਮੇਰਾ ਹੱਕ ਬਣਦਾ ਹੈ, ਦੂਜਾ ਕਹਿੰਦਾ ਨਹੀਂ ਪੱਗ ਮੇਰਾ ਹੱਕ ਬਣਦਾ, ਤੀਜਾ ਕਹਿੰਦਾ ਨਹੀਂ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ। ਕੋਈ ਕਹਿੰਦਾ ਮੈਂ ਬਾਬੇ ਦਾ ਪੁੱਤਰ ਲੱਗਦਾ ਹਾਂ, ਕੋਈ ਕਹਿੰਦਾ ਮੈਂ ਪੋਤਰਾ ਲੱਗਦਾ ਹਾਂ, ਕੋਈ ਕਹਿੰਦਾ ਮੈਂ ਦੋਤਰਾ ਲੱਗਦਾ। ਅੱਜ ਵੀ ਖਾਲਸਾ ਜੀ ਬਹੁਤੇ ਸਾਧਾਂ ਦੀਆਂ ਪੱਗਾਂ ਦੇ ਝਗੜੇ ਪੈਂਦੇ ਹਨ, ਉਹ ਇਸੇ ਗੱਲ ਤੋਂ ਪੈਂਦੇ। ਇਹ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਬਖਸ਼ੇ। ਪਰ ਇਹ ਜਿਹੜਾ ਘਰ ਹੈ ਖਾਲਸਾ ਜੀ ਇਹ ਤੇ ਬਹੁਤ ਵੱਡਾ ਹੈ। ਇੱਥੇ ਤੇ ਉਹਨੂੰ ਹੀ ਪ੍ਰਾਪਤ ਹੋਵੇਗਾ ਜਿਹੜਾ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਭਾਈ। ਇਹ ਸਾਰੀਆਂ ਦਾਤਾਂ ਸੇਵਾ ਤੋਂ ਪ੍ਰਾਪਤ ਹੁੰਦੀਆਂ। ਬੇਨਤੀ ਕਰ ਰਿਹਾ ਹਾਂ, ਇੱਥੇ ਮੱਖਣ ਸ਼ਾਹ ਪਹੁੰਚਾ ਤੇ 22 ਮੰਜੀਆਂ ਢਾਹ ਕੇ ਬੈਠੇ।
ਇਹ ਖਾਲਸਾ ਜੀ ਜਿੰਨੇ ਬਾਈ ਬੈਠੇ ਆ ਨਾ, ਇਹ ਉੱਚੀ ਉੱਚੀ ਆਪੇ ਰੌਲਾ ਪਾਈ ਜਾਂਦੇ, ਆਪਣੇ ਆਪ ਨੂੰ ਸੱਚਾ ਦੱਸੀ ਜਾਂਦੇ, ਝੂਠਾ ਦੱਸ ਰਹੇ ਕੋਈ। ਇਹ ਜਿਹੜੇ ਭਾਈ ਬੈਠੇ ਆ ਸੱਚਾ ਦੱਸ ਰਹੇ ਆਪਣੇ ਆਪ ਨੂੰ, ਤੇ ਗਾਂ ਉਹਨਾਂ ਨੇ ਚੇਲੇ ਵੀ ਰੱਖੇ ਆ, ਉਹ ਉਹਨਾਂ ਦਾ ਪ੍ਰਚਾਰ ਕਰਦੇ। ਕੋਈ ਕਹਿੰਦਾ ਸਾਡੇ ਬਾਬੇ ਨੇ ਉਹ ਕੀਤਾ, ਕੋਈ ਕਹਿੰਦਾ ਸਾਡੇ ਬਾਬੇ ਨੇ ਆਹ ਕੀਤਾ, ਕੋਈ ਆਂਦਾ ਵੀ ਸਾਡਾ ਬਾਬਾ ਜਿਹੜਾ ਇੱਕ ਵਾਰੀ ਜ਼ਬਾਨ ਤੋਂ ਗੱਲ ਕਰਦੇ ਤੇ ਪੱਥਰ ਦੀ ਲਕੀਰ ਪੂਰੀ ਹੋ ਜਾਂਦੀ। ਕਾਜੀ ਦੇ ਬਾਬੇ ਦੀਆਂ ਸਿਫਤਾਂ ਕਰੀ ਜਾਂਦੇ। ਮੱਖਣ ਸ਼ਾਹ ਦੇਖਿਆ, ਮੈਂ ਤੇ ਸੁਖਣਾ ਸੁਖੀ ਸੀ ਕਿ ਜਿਹੜਾ ਸੱਚਾ ਗੁਰੂ ਹੈ ਉਹਦੇ ਟੰਨਾਂ ਤੇ 500 ਮੋਹਰ ਦੀ ਥੈਲੀ ਮੱਥਾ ਟੇਕਣਾ। ਇਹ ਆਪਣੇ ਆਪ ਨੂੰ ਸਾਰੇ ਸੱਚਾ ਦੱਸੀ ਜਾਂਦੇ। ਫਿਰ ਮੱਖਣ ਸ਼ਾਹ ਕਹਿੰਦਾ ਕਦੇ ਪਖੰਡੀ ਨਾ ਬੈਠੇ ਹੋ, ਤੇ ਮੈਂ ਕਦੇ ਲੁੱਟਿਆ ਹੀ ਨਾ ਜਾਵਾਂ, ਮੈਂ ਕਦੇ ਠੱਗਿਆ ਹੀ ਨਾ ਜਾਵਾਂ, ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਠੱਗਿਆ ਨਹੀਂ ਜਾਂਦਾ। ਪਰ ਖਾਲਸਾ ਜੀ ਅੱਜ ਕਈ ਆਪਣੇ ਵਰਗੇ ਭੋਲੇ ਭਾਲੇ ਆ ਗਏ ਜਿਹੜੇ ਠੱਗੇ ਜਾਂਦੇ, ਅਜੇ ਵੀ ਠੱਗੇ ਜਾਂਦੇ। ਇਹ ਮੱਖਣ ਸ਼ਾਹ ਸੋਚਦਾ ਹੈ ਕਿ ਮੈਂ ਕਦੇ ਠੱਗਿਆ ਹੀ ਨਾ ਜਾਵਾਂ, ਮੈਨੂੰ ਲੋਕੀ ਕੀ ਆਖਣਗੇ। ਮੈਂ ਤਾਂ ਬੜੇ ਚਿਰ ਤੋਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਨਾਲ ਜੁੜਿਆ ਹੋਣਾ, ਸ਼ੁਰੂ ਤੋਂ ਲੈ ਕੇ ਪੀੜ੍ਹੀਆਂ ਤੋਂ ਲੈ ਕੇ। ਇਹ ਖਾਲਸਾ ਜੀ ਮੱਖਣ ਸ਼ਾਹ ਜਦੋਂ ਪਹੁੰਚਾ, ਇੱਥੇ ਖਲੋਤਾ ਤੇ ਬੜੀ ਕਾਵਾਂ ਰੋਲੀ ਪਈ। ਇਹ ਜਦੋਂ ਵੇਖਿਆ ਚਾਰ ਫੇਰੇ ਬਾਈ ਮਤੀਆਂ ਡੱਠੀਆਂ, ਸਾਰੇ ਸੱਚਾ ਦੱਸਦੇ ਆ, ਗਾਂ ਚੇਲੇ ਕਿਵੇਂ ਰੌਲਾ ਪਾ ਰਹੇ। ਇੱਥੇ ਮੱਖਣ ਸ਼ਾਹ ਕੇ ਛਛੋ ਪੰਜੇ ਵਿੱਚ ਕਿਵੇਂ ਪੈਂਦਾ ਹੈ ਵੀ ਕਿਹਦੇ ਮੋਹਰਾਂ ਤੇ ਮੈਂ ਕਿਹਦੇ ਪੈਰਾਂ ਤੇ ਰੱਖਾਂ 500 ਮੋਹਰ। ਆਓ ਜੀ 20 ਸ਼ਬਦ ਅਥਾ ਕਰਤਾ ਇੰਜ ਪੇਸ਼ ਕਰ। ਮੱਖਣ ਸ਼ਾਹ ਨੇ ਜਦੋਂ ਵੇਖਿਆ ਵਿੱਚ ਬਕਾਲੇ ਆ ਗਏ, ਕੀ ਵੇਖਦਾ ਅੱਗੇ ਬੈਠੇ ਬਾਈ ਮੰਜੀਆਂ ਢਾਗੇ। ਆਇਆ ਸਾਂ ਸਤਿਗੁਰ ਦੇ ਦਰ ਤੇ ਲੈ ਕੇ ਖੁਸ਼ੀਆਂ ਜਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਮੱਖਣ ਸ਼ਾਹ ਨੇ ਜਦੋਂ ਵੇਖਿਆ ਵਿੱਚ ਬਕਾਲੇ ਆ ਗਏ, ਕੀ ਵੇਖਦਾ ਅੱਗੇ ਬੈਠੇ ਬਾਈ ਮੰਜੀਆਂ ਢਾਗੇ। ਆਇਆ ਸਾਂ ਸਤਿਗੁਰ ਦੇ ਦਰ ਤੇ ਲੈ ਕੇ ਖੁਸ਼ੀਆਂ ਜਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਆਜੋ ਆਜੋ ਇੱਧਰ ਆਜੋ, ਆਜੋ ਇੱਧਰ ਆਜੋ, ਹਰ ਕੋਈ ਵਾਜਾਂ ਮਾਰੇ। ਗੁਰਗੱਦੀ ਦਾ ਵਾਰਿਸ ਹਾਂ ਮੈਂ, ਆਖੀ ਜਾਂਦੇ ਸਾਰੇ। ਇਹ ਠੱਗਾਂ ਦੇ ਟੋਲੇ ਕੋਲ ਕਿਤੇ ਨਾ ਠੱਗਿਆ ਜਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਸੁਣ ਕੇ ਨਾਂ ਦੀਆਂ ਗੱਲਾਂ ਮੱਖਣ ਸ਼ਾਹ ਘਬਰਾਏ, ਸੱਚਾ ਸਤਿਗੁਰ ਦੱਸਣ ਬਦਲੇ ਹਰ ਕੋਈ ਰੌਲਾ ਪਾਏ। ਕਿਹੜਾ ਸ਼ੋਰ ਮਚਾਇਆ ਉਹਨਾਂ ਜਿਹਦੇ ਚਿੜੀਆਂ ਕਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਗੁਰਸਿੱਖਾਂ ਤੋਂ ਸੁਣਿਆ ਹੈ ਕਿ 8ਵਾਂ ਸਤਿਗੁਰ ਕਹਿੰਦਾ, ਗੁਰਗੱਦੀ ਦਾ ਵਾਰਿਸ ਬਾਬਾ ਵਿੱਚ ਬਕਾਲੇ ਰਹਿੰਦਾ। ਸੋਚੇ ਇਹ ਮੋਹਰਾਂ ਦੀ ਥੈਲੀ ਕਿਸ ਦੇ ਹੱਥ ਫੜਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਮੇਰੀਆਂ ਅੱਖੀਆਂ ਤਰਸ ਗਈਆਂ ਨੇ, ਅਜੇ ਨਜ਼ਰ ਨਾ ਆਇਆ, ਜਿਸ ਸਤਿਗੁਰ ਨੇ ਡੁੱਬਦਾ ਮੇਰਾ ਬੇੜਾ ਬੰਨੇ ਲਾਇਆ। ਨਜ਼ਰ ਪਾਏ ਤਾਂ ਉਸ ਸਤਿਗੁਰ ਦੇ ਚਰਨ ਸੀਸ ਝੁਕਾਵਾਂ, ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਕਿਸ ਦੇ ਮੂਹਰੇ ਭੇਟਾ ਰੱਖਾਂ, ਮੱਖਣ ਸ਼ਾਹ ਵੀ
ਮੂੰਹੋਂ ਮੰਗੇ। ਜੇ ਮੇਰਾ ਸਤਿਗੁਰ ਸ਼ਰਮਾਵੇ ਮੈਂ ਵੀ ਤਾਂ ਸ਼ਰਮਾਵਾਂ। ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾਂ। ਮੱਖਣ ਸ਼ਾਹ ਦੇ ਦਿਲ ਦੀ ਪਰਨਾ ਗੱਲ ਕਿਸੇ ਨੇ ਬੁਝੀ। ਵਿਉਂ ਤਾਂ ਸੋਚ ਸੋਚ ਕੇ ਉਸ ਨੂੰ ਵਿਉਂ ਦੀ ਅਨੋਖੀ ਸੁਝੀ। ਅੱਜ ਝੂਠ ਦੀ ਪਰਖ ਹੋ ਜਾਵੇ ਐਸੀ ਬਣਤ ਬਣਾਵਾ। ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾ। ਤਾਂ ਕਰੀਏ ਦਿਲ ਦੇ ਵਿੱਚ ਉਸ ਬਹੁਤ ਲੀਲਾ ਕਰੀਆਂ। ਸੋਚ ਸੋਚ ਉਸ ਸਭ ਦੇ ਮੂਹਰੇ 5-5 ਮੋਹਰਾਂ ਧਰੀਆਂ। ਕਿਹੜਾ ਮੈਥੋਂ ਮੰਗਦਾ ਮੋਹਰਾ ਮੈਂ ਵੀ ਤਾਂ ਅਜਮਾਵਾਂ। ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾ। ਹੁਣ ਦੀ ਨਹੀਂ ਹੈ ਚੱਲੀ ਆਉਂਦੀ ਹੈ ਜੁਗਾਂ ਤੋਂ ਰੀਤੀ। ਅੱਜ ਵੀ ਵੇਖੋ ਪਖੰਡੀ ਲੋਕਾਂ ਦੁਨੀਆ ਕਮਲੀ ਕੀਤੀ। ਨਹੀਂ ਦਲਬੀਰੇ ਦਿਸਦਾ ਕੋਈ ਸੱਚੇ ਦਾ ਸਰਨਾਮਾ। ਮੱਖਣ ਸ਼ਾਹ ਕੇ 500 ਮੋਹਰਾ ਕਿਸ ਦੀ ਭੇਟ ਚੜਾਵਾ। ਮੱਖਣ ਸ਼ਾਹ ਸੋਚਦਾ ਵੀ ਕਿਹੜਾ ਸੱਚਾ ਹੋ ਸਕਦਾ ਹੈ। ਖਾਲਸਾ ਜੀ ਜਿਹੜੇ ਸੱਚੇ ਸੰਤ ਆ ਨਾ, ਸੱਚੇ ਮਹਾਤਮਾ ਆਪ ਗੁਰੂ ਨਾਨਕ ਦੇ ਪਾਤਸ਼ਾਹ ਦੇ ਰਸਤੇ ਤੇ ਤੁਰਦੇ ਨੇ ਤੇ ਆਪਣੇ ਵਰਗੇ ਹੋਏ ਟੁੱਟੇ ਲੋਕਾਂ ਨੂੰ ਤੋੜਦੇ ਨੇ। ਹਾਂਜੀ, ਉਹਨਾਂ ਦੀ ਸਿਫਤ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ, ਹਮ ਸੰਤਨ ਕੀ ਰੇਣ ਪਿਆਰੀ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ओर ਸਤਾਨੀ, ਸੰਤ ਹਮਾਰਾ ਗਹਿਣਾ। ਤੇ ਪਖੰਡੀਆਂ ਬਾਰੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਬਾਜ ਵੀ ਦੇੜਦੇ। ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ, ਗੱਜ ਸਾਡੇ ਤਰੇ ਤਰੇ ਤੋਤੀਆਂ, ਤੇਰੇ ਪਹਿਨ ਤੱਗ ਗਲੀ ਦਿਨਾ ਜਪ ਮਾਲੀਆਂ, ਲੋਟੇ ਹੱਥ ਨਾ ਬੱਗ, ਉਹ ਹਰਕੇ ਸੰਤ ਨਾ ਆਖਿਆ ਬਨਾਰਸ ਕੇ ਠੱਗ। ਇਹ ਤਰ੍ਹਾਂ ਦੇ ਪਹਿਲਾਂ ਵੀ ਬੜੇ ਸੀ ਤੇ ਹੁਣ ਉਹਦਾ ਵੀ ਜ਼ਿਆਦਾ ਗਿਣਤੀ ਵੱਧ ਗਈ ਹੈ। ਇਹ ਮਾਲਕ ਕਿਰਪਾ ਕਰੇ। ਉਹ ਬੇਨਤੀ ਕਰ ਰਿਹਾ ਹਾਂ, ਮੱਖਣ ਸ਼ਾਹ ਇੱਥੇ ਸੋਚਾਂ ਵਿੱਚ ਪੈ ਗਿਆ। ਇਹ ਪਾਸੇ ਖਲੋਤਾ ਕਹਿੰਦਾ ਚਲੋ ਪਰਖੀ ਕਰ ਲੈਂਦੇ ਹਾਂ। ਇਹਨੇ ਆਖਿਆ ਜੇ ਤੇ ਇਹਨਾਂ ਵਿੱਚੋਂ ਕੋਈ ਸੱਚਾ ਹੋਇਆ ਤੇ 500 ਮੋਹਰ ਦੀ ਥੈਲੀ ਜਿਹੜੀ ਮੈਂ ਸੁੱਖੀ ਸੀ ਉਹਨੇ ਆਪੇ ਮੰਗ ਕੇ ਲੈ ਲੈਣੀ ਹੈ, ਕਿਉਂਕਿ ਸੱਚਾ ਗੁਰੂ ਤੇ ਅੰਦਰ ਦੀਆਂ ਪੁੱਛਦਾ ਹੈ। ਤੇ ਜੇ ਫਿਰ ਖਾਲੀ ਭਾਂਡੇ ਇੱਥੇ ਬੈਠੇ ਹੋਏ ਤੇ ਪੁੱਛਣਾ ਕਿੰਨੇ। ਇੱਥੇ ਮੱਖਣ ਸ਼ਾਹ 2-3 ਮਿੰਟ ਖਲੋਤਾ ਰਿਹਾ ਤੇ ਮੱਖਣ ਸ਼ਾਹ ਦੇ ਅੰਦਰ ਦੀ ਕਿਸੇ ਨਾਲ ਬੁਝੀ, ਕਿਉਂਕਿ ਸੱਚਾ ਗੁਰੂ ਤੇ ਬਿਨ ਬੋਲਿਆ ਸਭ ਕੁਝ ਜਾਣਦਾ ਕਿ ਸਾਡੇ ਖੀਚੇ ਹੁੰਦਾ। ਕਹਿੰਦੇ ਮੱਖਣ ਸ਼ਾਹ ਦੇ ਜਦੋਂ ਅੰਦਰ ਦੀ ਕਿਸੇ ਨਾਲ ਨਾ ਬੁਝੀ, ਇਹ ਖਾਲਸਾ ਜੀ ਨਾਰਾਜ਼ ਹੋ ਗਏ, ਅਦਾਸ ਹੋ ਗਿਆ। ਇੱਥੋਂ ਅਦਾਸ ਹੋ ਕੇ ਤੇ ਮੁੜ ਲੱਗਿਆ। ਇਹਦੇ ਮਨ ਨੇ ਫਿਰ ਫੈਸਲਾ ਕੀਤਾ ਵੀ ਸਿਆਣਿਆਂ ਦੀ ਕਹਾਵਤ ਹੈ ਵੀ ਜਿਸ ਗੱਲ ਦਾ ਆਪ ਨੂੰ ਨਾ ਪਤਾ ਲੱਗੇ ਤੇ ਸਿਆਣਿਆਂ ਦੀ ਕਹਾਵਤ ਹੈ ਵੀ ਕੰਧ ਨੂੰ ਪੁੱਛ ਲੈਣਾ ਚਾਹੀਦਾ। ਅਸਲ ਵਿੱਚ ਇਹ ਖਾਲਸਾ ਦੀ ਕੰਧ ਦਾ ਅਰਥ ਇਹ ਨਹੀਂ ਹੈ ਵੀ ਜਿਹੜੀਆਂ ਕੰਧਾਂ ਆਪਾਂ ਬਣਾਈਆਂ ਜਾਂ ਕੋਈ ਮਿੱਟੀ ਦੀਆਂ ਜਾਂ ਕੋਈ ਪੱਕੀਆਂ। ਕੰਧ ਦਾ ਅਰਥ ਹੈ ਵੀ ਗੁਆਂਢੀਆਂ ਨੂੰ ਪੁੱਛ ਲੈਣਾ ਚਾਹੀਦਾ। ਤੇ ਕਈ ਵਾਰ ਤਾਂ ਸੋਚਦੇ ਆ ਵੀ ਕੋਠੀ ਅਸੀਂ ਆਪਣੀ ਬਣਾਉਣੀ ਹੈ, ਕਾਰੋਬਾਰ ਆਪਣਾ ਕਰਨਾ ਹੈ, ਗੱਡੀ ਅਸੀਂ ਆਪਣੇ ਵਾਸਤੇ ਲੈਣੀ ਹੈ, ਪੈਸੇ ਸਾਡੇ ਲੱਗਣੇ, ਤੇ ਜੇ ਥਾਂ ਗੁਆਂਢੀਆਂ ਨੂੰ ਐਵੇਂ ਪੁੱਛ ਤਾਂ ਫਰੀ ਹੈ। ਨਹੀਂ, ਖਾਲਸਾ ਜੀ ਸਲਾਹ ਕਿਸੇ ਨਾ ਕਿਸੇ ਦੀ ਲੈ ਲੈਣੀ ਚਾਹੀਦੀ ਹੈ, ਕੋਈ ਨੇਕ ਸਲਾਹ ਦੇ ਦਿੰਦਾ। ਇਹ ਮੱਖਣ ਸ਼ਾਹ ਕਹਿੰਦਾ ਵੀ ਹੋਰ ਕਿਸੇ ਨੂੰ ਪੁੱਛ ਲੈਣਾ ਚਾਹੀਦਾ। ਇਹ ਮੱਖਣ ਸ਼ਾਹ ਥੋੜਾ ਜਿਹਾ ਅੱਗੇ ਵਧਿਆ, ਇੱਕ ਗੁਰੂ ਕਾ ਸਿੱਖ ਖਲੋਤਾ ਹੈ, ਉਹਨੂੰ ਜਾ ਕੇ ਪੁੱਛਦਾ, ਭਾਈ ਸਿੱਖਾ ਆਹ ਜਿਹੜੇ ਭਾਈ ਨਦੀਆਂ ਡਾਹ ਕੇ ਬੈਠੇ ਆ, ਲੈਣ ਲੱਗੀ ਪਈ ਇੱਥੇ ਹੋਈ ਆ ਕਿ ਹੋਰ ਵੀ ਹੈਗਾ ਕਿ ਗੁਰੂ ਕੇ ਪਰਿਵਾਰ ਚ? ਉਹ ਸਿੱਖ ਨੇ ਆਖਿਆ ਨਹੀਂ ਇੱਥੇ ਹੋਰ ਵੀ ਹੈ। ਮੱਖਣ ਸ਼ਾਹ ਕਹਿੰਦਾ ਉਹ ਕਿੱਥੇ ਹੈ? ਉਹ ਸਿੱਖ ਨੇ ਆਖਿਆ ਉਹ ਸਾਹਮਣੇ ਪਾਸੇ ਭੋਰਾ ਹੈ, ਉਹਦੇ ਵਿੱਚ ਬੈਠਾ ਹੈ। ਤੇ ਸਿੱਖ ਤੋਂ ਪੁੱਛਿਆ ਵੀ ਉਹ ਕੌਣ? ਉਹਨੇ ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਭ ਤੋਂ ਛੋਟਾ ਸੁਪੁੱਤਰ ਤਿਆਗਮੱਲ, ਉਹ ਭੋਰੇ ਵਿੱਚ ਬੈਠੇ ਤਪ ਕਰਦੇ।
ਆਖਿਆ ਕਦੀ ਕਦੀ ਉਹ ਭੋਰੇ ਤੋਂ ਬਾਹਰ ਨਿਕਲਦੇ ਆ ਤੇ ਜਿਸ ਵੇਲੇ ਉਹ ਭੋਰੇ ਤੋਂ ਬਾਹਰ ਨਿਕਲਦੇ ਆ ਤਿਆਗਮਨ ਆ ਜਿਹੜੇ ਬਾਈ ਮੰਜੀਆਂ ਢਾਹ ਕੇ ਬੈਠੇ ਸਾਰੇ ਅੱਖਾਂ ਨੀਵੀਆਂ ਕਰ ਲੈਂਦੇ, ਇਹ ਸਾਰੇ ਉਹਦੀਆਂ ਬਾਜ ਨੇ ਧੌਣਾ ਨੀਵੀਆਂ ਕਰ ਲੈਂਦੇ ਕਿਉਂਕਿ ਉਹ ਸੱਚਾ ਹੈ। ਇਹ ਸਾਰੇ ਪਖੰਡੀ ਬੈਠੇ ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਨੇ ਦੱਸਿਆ ਵੀ ਸਾਹਮਣੇ ਭੋਰੇ ਵਿੱਚ ਬੈਠੇ ਆ ਗੁਰੂ ਅਰਜਨ ਪਾਤਸ਼ਾਹ ਦੇ ਸਭ ਤੋਂ ਛੋਟੇ ਸਪੁੱਤਰ। ਸਿੱਖ ਕਹਿੰਦਾ ਵੀ ਦਰਸ਼ਨ ਕਰਨੇ ਆ। ਉਹਨੇ ਆਖਿਆ ਭਰਾਵਾ ਮੈਂ ਤੇ ਬੜੀ ਦੂਰੋਂ ਆਇਆ ਦਰਸ਼ਨ ਕਰਨ ਵਾਸਤੇ, ਪਹਿਲਾਂ ਦਿੱਲੀ ਗਿਆ ਮੁੜ ਕੇ ਬਾਬੇ ਬਕਾਲੇ ਆਇਆ, ਦਰਸ਼ਨ ਕਰਨ ਵਾਸਤੇ ਆਇਆ। ਆਓ ਜੀ ਮੱਖਣ ਸ਼ਾਹ ਸਿੱਖ ਤੋਂ ਪੁੱਛਦਾ ਤੇ ਖਾਲਸਾ ਜੀ ਫਿਰ ਗੁਰੂ ਕੇ ਸਿੱਖ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਉਂਗਲ ਕਰਕੇ ਇਸ਼ਾਰਾ ਕਰਕੇ ਕਿਵੇਂ ਅਰਦਾਸ ਪਾਈ ਵੀ ਤਿਆਗਮਨ ਜੀ ਸਾਹਮਣੇ ਭੋਰੇ ਵਿੱਚ ਬੈਠੇ। ਰੱਖ ਪੰਜ ਪੰਜ ਮੋਰਾਂ ਦਾ ਮੱਖਣ ਸ਼ਾਹ ਪਛਾਣੂ ਮੁੜਿਆ, ਕੋਈ ਹੋਰ ਵੀ ਹੈ ਪੁੱਛੀਏ ਉਸ ਦੇ ਮਨ ਵਿੱਚ ਫੁਰਨਾ ਫੁਰਿਆ। ਏਕਾ ਕਹਿੰਦਾ ਦਸਾਂ ਜੀ ਜਿਸ ਨੂੰ ਤੇਗ ਬਹਾਦਰ ਕਹਿੰਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਲੱਗਦੇ ਅਨਜਾਣ ਤੁਸੀਂ ਇੱਥੇ ਪਹਿਲੀ ਵਾਰੀ ਆਏ, ਹੋਰੇ ਵਿੱਚ ਬੈਠਿਆਂ ਦੇ ਤੁਸਾਂ ਨੇ ਤਾਂ ਨਹੀਂ ਦਰਸ਼ਨ ਪਾਏ। ਇਹ ਜਿਤਨੇ ਬਾਬੇ ਨੇ ਇਹ ਸਭ ਉਸ ਤੋਂ ਬਾਅਦ ਰਹਿੰਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਇੱਛਾ ਹੋਵੇ ਤਾਂ ਦਰਸ਼ਨ ਉਸ ਦੇ ਵੀ ਜਾ ਕਰ ਲੋ, ਜੋ ਸਭ ਦੇ ਤਰੀਆਂ ਜੇ ਮੋਹਰ ਉਸ ਮੂਰੇ ਵੀ ਧਰ ਲੋ। ਇਹ ਬਹੁਤ ਆਗੀ ਨੇ, ਇਹ ਬਹੁਤ ਤਿਆਗੀ ਨੇ, ਇਹ ਬਹੁਤ ਤਿਆਗੀ ਨੇ, ਮੋਰ ਦੇ ਦਿਓ ਜੇ ਕਰ ਲੈਂਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਆ ਬਾਕੀ ਜਿਤਨੇ ਨੇ ਉਹ ਨੀ ਇਹਨਾਂ ਦੇ ਨਾਲ ਬਹਿੰਦੇ, ਉਹ ਵੱਖਰਾ ਬਹਿ ਕੇ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ। ਉਹ ਕਰਨੀ ਤੇ ਸ਼ਰਦੀ ਕੀ ਉਹ ਸਭ ਭੁੱਖ ਦਰਿਆ ਸਹਿੰਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਹੋਰੇ ਵਿੱਚ ਬਹਿ ਗਏ ਤੇ ਉਹਨਾਂ ਨੇ 26 ਸਾਲ ਗੁਜ਼ਾਰੇ, ਪੁੱਤ ਮਾਤਾ ਨਾਨਕੀ ਦੇ ਜੋ ਹਨ ਬਹੁਤ ਤਪਸਵੀ ਪਾਰੇ। ਇਹ ਜਗ ਦੀ ਰੀਤੀ ਹੈ ਝੂਠੇ ਸੱਚਿਆਂ ਦੇ ਨਾਲ ਖੈਂਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਚਰਨਾਂ ਵਿੱਚ ਬੈਠੇ ਹੋਏ ਮਾਤਾ ਗੁਜਰੀ ਜੀ ਸੇਵਕ ਮਾਉਂਦੇ, ਉਹ ਅੰਦਰ ਰਹਿੰਦੇ ਨੇ ਬਾਹਰ ਕਦੇ ਕਦੇ ਹੀ ਆਉਂਦੇ। ਉਹ ਸੰਤ ਆਤਮਾ ਨੇ ਹਰਦਮ ਨਾਮ ਦੇ ਵਹਿਣੀ ਵਹਿੰਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਜੋ ਅਠਵੇਂ ਸਤਿਗੁਰ ਸੀ ਤਾਰਨ ਹਾ ਸੁਆਮੀ ਜਗ ਦੇ, ਇਹ ਉਸੇ ਸਤਿਗੁਰ ਦੇ ਰਿਸ਼ਤੇ ਚੋਂ ਬਾਬਾ ਜੀ ਲੱਗਦੇ। ਸਤਨਾਮ ਵਾਹਿਗੁਰੂ ਦਾ ਜਪਦੇ ਜਾਪਨ ਉਠਦੇ ਬਹਿੰਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਭਗਤੀ ਵਿੱਚ ਸ਼ਕਤੀ ਹੈ ਇਹ ਗੱਲ ਸੱਚ ਸਿਆਣੇ ਕਹਿ ਗਏ, ਜਿੱਤ ਹੁੰਦੀ ਸੱਚਿਆਂ ਦੀ ਝੂਠੇ ਬਦੀਆਂ ਜੋਗੇ ਰਹਿ ਗਏ। ਉਹ ਨਿਸਤਾ ਦਿਲ ਵੀਰੇ ਦਾ ਆਖਰ ਕਾਰਜ ਝੂਠੇ ਪੈਂਦੇ, ਪੁੱਤਰ ਗੁਰਸ਼ੇਵੇਂ ਦੇ ਹੈ ਉਸ ਭੋਰੇ ਦੇ ਵਿੱਚ ਰਹਿੰਦੇ। ਸੱਚਿਆਂ ਦੀ ਜਿੱਤ ਹੁੰਦੀ, ਝੂਠੇ ਠੱਗੀਆਂ ਜੋਗੇ ਰਹਿ ਗਏ। ਕਿਉਂਕਿ ਗੁਰਬਾਣੀ ਦਾ ਵੀ ਫੈਸਲਾ ਹੈ, ਸੱਚੋ ਹੀ ਸੱਚ ਨਿਭੜੇ ਚਣ ਵੱਖ ਕੱਢੇ ਜਿਤ ਮਾਲਿਆ, ਕੋਲ ਨੂੰ ਖੁੱਟੇ ਨਾਨਕਾ ਓੜਕ ਸੱਚ ਰੀ। ਇਹ ਮੱਖਣ ਸ਼ਾਹ ਸਿੱਖ ਤੋਂ ਪੁੱਛਿਆ ਤੇ ਸਿੱਖ ਨੇ ਦੱਸਿਆ ਕਿ ਸਾਹਮਣੇ ਭੋਰੇ ਵਿੱਚ ਬੈਠੇ ਆ, ਉੱਥੇ ਬੈਠੇ ਉਹ ਬੰਦਗੀ ਕਰਦੇ ਆ, ਤਬ ਕਰਦੇ ਆ ਤੇ ਦਰਸ਼ਨ ਕਰਨੇ ਤੇ ਕਰ ਸਕਦੇ। ਮੱਖਣ ਸ਼ਾਹ ਨੇ ਆਖਿਆ ਹਾਂ ਠੀਕ ਹੈ,
ਆਇਆ ਦਰਸ਼ਨਾਂ ਵਾਲਾ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਹੋਏ ਭਰਾ ਮੇਰਾ। ਮੱਖਣ ਸ਼ਾਹ ਖਾਲਸਾ ਜੀ ਭੋਲੇ ਵੱਲ ਨੂੰ ਵਧਿਆ। ਇਤਿਹਾਸ ਕਹਿੰਦਾ, ਗਿਆਨੀ ਲੋਕ ਕਹਿੰਦੇ ਆ ਵੀ ਅੱਗੇ ਮਤਾਵਾਂ ਬੈਠੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਜੀ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਿਲ ਸਤਿਕਾਰਯੋਗ ਮਾਤਾ ਗੁਜਰੀ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਭੋਲੇ ਦੇ ਅੰਦਰ ਬੈਠੇ ਤਪ ਕਰੇ ਤੇ ਮਤਾਵਾਂ ਜਿਹੜੀਆਂ ਉਹਨਾਂ ਬਾਹਰ ਚੌਗੜੇ ਮਾਰਿਆ ਤੇ ਉੱਥੇ ਬੈਠੀਆਂ ਤਪ ਕਰੀ। ਇਹ ਮੱਖਣ ਸ਼ਾਹ ਅੱਗੇ ਵਧਿਆ ਤੇ ਖਾਲਸਾ ਜੀ ਮਤਾਵਾਂ ਨੇ ਰੋਕ ਦਿੱਤਾ। ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਖ ਰਹੇ, ਉਹਨਾਂ ਮਤਾਵਾਂ ਨੂੰ ਇਸ਼ਾਰਾ ਕੀਤਾ, ਨਹੀਂ ਲੰਘ ਆਉਂਦੇ। ਇਹ ਮੱਖਣ ਸ਼ਾਹ ਜਿਸ ਵੇਲੇ ਅੰਦਰ ਗਿਆ ਹੈ, ਇਹਨੇ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਤੇ ਮੱਥਾ ਟੇਕਿਆ। ਆਪਣਾ ਸਿਰ ਤਾਂ ਚੁੱਕਿਆ ਮੱਖਣ ਸ਼ਾਹ ਨੇ। ਇਹਨੇ ਫੇਰ ਵੇਖਿਆ, ਮਨ ਵਿੱਚ ਸੋਚਿਆ ਵੀ ਜਿਹੜੇ ਬਾਹਰ ਬੈਠੇ ਸੀ ਬਾਈ ਮਨੀ ਅੜਾ ਕੇ ਕਿਤੇ ਉਹਨਾਂ ਵਰਗਾ ਨਾ ਬੈਠਾ ਹੋਵੇ। ਫੇਰ ਪਰਖ ਕਰਾਂਗੇ, ਕਿਉਂਕਿ ਬਾਹਰ ਜਿਹੜੇ ਬੈਠੇ ਸੀ, ਇਹ ਜਿਹੜੀ 500 ਮੋਹਰ ਦੀ ਥੈਲੀ ਸੀ ਨਾ, ਉਹਦੇ ਵਿੱਚੋਂ 5 ਕੱਢ ਕੇ ਉਹਨਾਂ ਦੇ ਅੱਗੇ ਰੱਖੀਆਂ। ਮੱਖਣ ਸ਼ਾਹ ਨੇ ਆਖਿਆ, ਇਹਨਾਂ ਵਿੱਚੋਂ ਕੋਈ ਸੱਚਾ ਹੋਵੇ ਤੇ ਬੁੱਝ ਲਵੇਗਾ, ਤੇ ਜੇ ਸਾਰੇ ਪਖੰਡੀ ਬੈਠੇ ਹੋਏ ਤੇ ਫਿਰ ਉਤਰਨ ਦੇ ਹੋਣੇ। ਇਹ ਫਿਰ ਅੰਦਰ ਜਦ ਸੁਲੇ ਗਿਆ, ਇਹਦੇ ਕੋਲੇ 500 ਮੋਹਰ ਦੀ ਥੈਲੀ ਸੀ। ਇਹਨੇ ਫਿਰ 5 ਸਹਿਜੇ ਜੇ ਕੱਢੀਆਂ। ਇਹਨੇ 500 ਮੋਹਰ ਦੀ ਥੈਲੀ ਜਦੋਂ 5 ਕੱਢ ਕੇ ਮੋਹਰਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਰੱਖੀਆਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਨੇ ਉੱਪਰ ਨੂੰ ਵੇਖਿਆ ਤਾਂ ਮੱਖਣ ਸ਼ਾਹ ਦੀ ਨਿਗਾਹ ਤੇ ਨਿਗਾਹ ਪਾ ਗਈ। ਆਖਿਆ, ਮੱਖਣ ਸ਼ਾਹ, ਆਖਿਆ ਜਦੋਂ ਸਮੁੰਦਰ ਦੀਆਂ ਘੁੰਮਣ ਘੇਰੀਆਂ ਵਿੱਚ ਤੇਰਾ ਬੇੜਾ ਫਸਿਆ ਸੀ, ਉੱਥੇ ਡੁੱਬਣ ਲੱਗਾ ਸੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਸਤੇ ਪਾਉਣਾ ਸਭ ਦਾਸਾਂ ਕੀਤੀਆਂ। ਆਖਿਆ, ਜਿਹੜਾ ਸਿੱਖ ਹੈ ਉੱਥੇ ਜ਼ਬਾਨ ਕਰਕੇ ਮੁਕਰਦਾ ਨਹੀਂ, ਉਹਦੇ ਵਾਅਦਾ ਕਰਕੇ ਮੁਕਰਦਾ ਨਹੀਂ। ਆਖਿਆ, ਜਿਸ ਵੇਲੇ ਤੇਰਾ ਬੇੜਾ ਡੁੱਬਣ ਲੱਗਾ ਸੀ ਤੂੰ 500 ਮੋਹਰ ਦੀ ਥੈਲੀ ਜਿਹੜੀ ਸੀ ਸੁਖਣਾ ਸੁਖੀ ਸੀ ਵੀ ਹੋਰ ਵੀ ਵਡਾਵਾ ਲੈ ਕੇ ਆਵਾਂਗਾ ਤੇ 500 ਮੋਹਰ ਦੀ ਥੈਲੀ ਜਿਹੜੀ ਹੈ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ, ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਤੇ। ਆਖਿਆ, ਸਿੱਖਾ, ਉਹ 500 ਮੋਹਰ ਸੁੱਖ ਕੇ ਤੇ ਹੁਣ ਤੋਂ 5 ਚੜਾਈ ਜਾ ਰਹੇ ਆ। ਆਓ ਖਾਲਸਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੱਖਣ ਸ਼ਾਹ ਵੱਲ ਇਸ਼ਾਰਾ ਕਰਕੇ ਕੀ ਕਹਿੰਦੇ ਆ, ਬਸ ਆਹ ਕੰਮ ਤੱਕ ਕਿਤੇ ਸੁਣਾ। ਮੱਖਣ ਸ਼ਾਹ ਦੇ ਵੱਲ ਵੇਖ ਕੇ ਸਤਿਗੁਰ ਮੇਰੇ ਹੱਸੇ, ਸਿੱਖ ਦੇ ਦਿਲ ਦੇ ਲੁਕੇ ਹੋਏ ਜੋ ਭੇਦ ਖੋਲ ਕੇ ਦੱਸੇ। ਉਹ ਸਾਡੀ ਬੇਟਾ ਕਿਉਂ ਨਹੀਂ ਦਿੰਦਾ, ਕਾਤੋਂ ਦੇਰੀ ਲਾਵੇਂ, ਸੁਖ ਕੇ 500 ਮੋਹਰਾਂ ਸਿੱਖਾਂ, ਹੁਣ ਕਿਉਂ 5 ਚੜਾਵੇਂ। ਮੱਖਣ ਸ਼ਾਹ ਦੇ ਵੱਲ ਵੇਖ ਕੇ ਸਤਿਗੁਰ ਮੇਰੇ ਹੱਸੇ, ਸਿੱਖ ਦੇ ਦਿਲ ਦੇ ਲੁਕੇ ਹੋਏ ਜੋ ਭੇਦ ਖੋਲ ਕੇ ਦੱਸੇ। ਉਹ ਤੂੰ ਲੱਗਦਾ ਕਿ ਹੋਰਾਂ ਵਾਂਗਰ ਸਾਨੂੰ ਵੀ ਅਜਮਾਵੇਂ, ਸੁਖ ਕੇ 500 ਮੋਹਰਾਂ ਸਿੱਖਾਂ, ਹੁਣ ਕਿਉਂ 5 ਚੜਾਵੇਂ। ਯਾਦ ਰੱਖ ਲੈ ਕਰਕੇ ਬਚਨ ਖਿਸਕਦੇ ਜਿਹੜੇ, ਉਹ ਨਹੀਂ ਸਿੱਖ ਕਹਾਉਂਦੇ। ਯਾਦ ਰੱਖ ਲੈ ਪਰਖ ਦੇ ਮੌਕੇ ਬਾਰ-ਬਾਰ ਨਹੀਂ ਆਉਂਦੇ। ਹੋਰ ਕਿਉਂ ਕਹਿੰਦਾ ਸੋਚੇ ਤੇ ਕਰ ਲੈ, ਹੁਣ ਕਿਉਂ ਗੱਲ ਭਲਾਵੇਂ, ਸੁਖ ਕੇ 500 ਮੋਹਰਾਂ ਸਿੱਖਾਂ, ਹੁਣ ਕਿਉਂ 5 ਚੜਾਵੇਂ। ਉਹ ਸਿੱਖਾਂ ਦੀ ਰੀਤੀ ਹੈਗੇ ਜਿਹੜੀ ਗੱਲ ਕਰ ਲੈਂਦੇ, ਸਿਰ ਜਾਵੇ ਪਰ ਵਚਨ ਨਾ ਜਾਏ, ਉਸ ਤੇ ਪੱਕੇ ਰਹਿੰਦੇ। ਉਹ ਕਰਕੇ ਬਚਨ ਨੀ ਸਿੱਖ ਮੁਕਰਦੇ, ਜਾਨ ਨਿਕਲ ਜਾਏ ਭਾਵੇਂ, ਸੁਖ ਕੇ 500 ਮੋਹਰਾਂ ਸਿੱਖਾਂ, ਹੁਣ ਕਿਉਂ 5 ਚੜਾਵੇਂ। ਐਨ ਸਿਆਣੇ ਜੋ ਵੀ ਧਰੀਏ, ਕਦਮ ਸੰਭਲ ਕੇ ਧਰੀਏ, ਜਿਹੜੀ ਗੱਲ ਵੀ ਕਰਨੀ ਹੋਵੇ ਸੋ ਸਮਝ ਕੇ ਕਰੀਏ। ਉਹ ਕਿਉਂ ਦਲਬੀਰੇ ਉਸ ਨੂੰ ਭੁੱਲਦਾ, ਜਿਸ ਦਾ ਦਿੱਤਾ ਖਾਵੇਂ, ਸੁਖ ਕੇ 500 ਮੋਹਰਾਂ ਸਿੱਖਾਂ, ਹੁਣ ਕਿਉਂ 5 ਚੜਾਵੇਂ। ਸਤਿਗੁਰ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਸਿੱਖਾ, ਤੂੰ ਤੇ ਜ਼ਬਾਨ ਕੀਤੀ ਸੀ, ਵਾਅਦਾ ਕੀਤਾ ਸੀ, ਅਰਦਾਸ ਕੀਤੀ 500 ਮੋਹਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਜਾਣ ਕੇ ਮੱਥਾ ਟੇਕਾਂਗਾ, ਤੇ ਹੁਣ ਕਿਉਂ 5 ਮੱਥਾ ਟੇਕੀ ਜਾਂਦਾ। ਇਹ ਖਾਲਸਾ ਜੀ ਮੱਖਣ ਸ਼ਾਹ ਖੁਸ਼ੀ ਵਿੱਚ ਝੂਮ ਉੱਠਿਆ।
ਇਹਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸਾਂ ਮੇਰਾ ਗਰੀਬ ਦਾ ਡੁੱਬਦਾ ਬੇੜਾ ਬੰਨੀ ਲਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮੱਖਣ ਸ਼ਾਹ ਆਪਣੇ ਚੋਲੇ ਦੇ ਬਟਨ ਖੋਲੇ ਆ ਤੇ ਸੱਜਾ ਮੋਢਾ ਵਿਖਾਇਆ। ਆਖਿਆ ਵੇਖ ਆ ਸਜਰੇ ਸਜਰੇ ਕਿਲ ਜਿਹੜੇ ਆ ਇਹ ਤੇਰੇ ਸਮੁੰਦਰੀ ਬੇੜੇ ਦੇ ਖੂਬੀ ਆ ਕੇ ਹੋਰ ਹੈ। ਸਭ ਸੰਗਤਾਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੋਠੇ ਤੇ ਚੜ ਕੇ ਇਹਨੇ ਪੱਲੂ ਫੇਰਿਆ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਖਾਲਸਾ ਜੀ ਕਦੇ ਕੋਈ ਸਮਾਂ ਸੀ ਗੁਰੂ ਭੋਰਿਆਂ ਵਿੱਚ ਬੈਠਾ ਹੁੰਦਾ ਸੀ ਤੇ ਸਿੱਖ ਲੱਭ ਲੈਂਦੇ ਸੀ। ਅੱਜ ਗੁਰੂ ਸਾਡਾ ਤਖਤ ਤੇ ਬੈਠਾ ਹੈ, ਅਸੀਂ ਭੋਰਿਆਂ ਵਿੱਚ ਲੱਭਦੇ ਫਿਰਦੇ। ਇਹ ਮਾਲਕ ਦੀ ਕਿਰਪਾ ਕਰੇ। ਇਸ ਤੋਂ ਅੱਗੇ ਕੀ ਹੋਇਆ ਦਿੱਤਾ ਹੋਇਆ ਸਮਾਂ ਪੂਰਾ ਹੋ ਚੁੱਕਾ ਹੈ। ਅੰਤ ਵਿੱਚ ਹੱਥ ਜੋੜ ਕੇ ਇਹੀ ਬੇਨਤੀ ਹੈ, ਆਪਾਂ ਬੱਚੀ ਦੇ ਜਨਮ ਦਿਹਾੜੇ ਤੇ ਭਾਵੇਂ ਕਤਰ ਹੋਏ ਆ, ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਹਾਲੇ ਤੱਕ ਖੰਡੇ ਵਰ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਜੋ ਸਤਿਗੁਰਾਂ ਦਾ ਹੁਕਮ ਹੈ ਆਗਿਆ ਭਈਆ ਕਾਲ ਕੀ ਅਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਸੇ ਦੇ ਤਾਰੀ ਗੁਰੂ ਦੀ ਪੂਜਾ ਨਹੀਂ ਕਰਨੀ, ਪਖੰਡੀਆਂ ਤੇ ਡੰਮੀਆਂ ਨੂੰ ਮੱਥਾ ਨਹੀਂ ਟੇਕਣਾ। ਇਸ ਤੋਂ ਅੱਗੇ ਕੀ ਹੋਇਆ, ਇਸ ਨਾਲੇ ਖੰਡਾਂ ਦੇ ਜਾਚਕ ਬਹੁਤ ਸਾਰੀਆਂ ਸੰਗਤਾਂ ਨੇ ਇਤਿਹਾਸ ਦਾ ਸਤਿਕਾਰ ਕੀਤਾ, ਇਤਿਹਾਸ ਨੂੰ ਮੱਥਾ ਟੇਕਿਆ, ਪੰਜਾਬ ਤੋਂ ਆਏ ਹੋਏ ਕਈ ਸ਼ਬਦ ਦਾ ਮਾਣ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਪਰਿਵਾਰਾਂ ਵਿੱਚ ਪ੍ਰਿਹਤ ਇਤਫਾਕ ਬਖਸ਼ਣ ਅਤੇ ਨਾਮਦਾਨ ਦੀਆਂ ਦਾਤਾਂ ਗੁਰਸਿੱਖੀ ਦੀਆਂ ਦਾਤਾਂ ਬਖਸ਼ਣ, ਇਹ ਸਾਡੀ ਅਰਦਾਸ ਹੈ। ਅਸੀਂ ਜਿੱਥੇ ਧੰਨਵਾਦੀ ਹਾਂ ਆਪਣੇ ਵੀਰ ਸਿਮਰਨ ਸਿੰਘ ਉਹਨਾਂ ਦੇ ਧੰਨਵਾਦੀ ਹਾਂ, ਕਿਉਂਕਿ ਭਾਈ ਰਸਾਲ ਸਿੰਘ ਉਹਨਾਂ ਨੇ ਹੁਕਮ ਕੀਤਾ। ਅਸੀਂ ਆਪ ਜੀ ਦੀ ਸੇਵਾ ਵਿੱਚ ਪਹੁੰਚੇ ਹਾਂ ਅਤੇ ਪਰਿਵਾਰ ਦੇ ਧੰਨਵਾਦੀ ਹਾਂ ਅਤੇ ਵੀਰ ਅਸੀਂ ਸਿਮਰਨ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਸੰਗਤ ਦੇ ਦਰਸ਼ਨ ਕਰਵਾਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਚਲੋ ਕਿਰਪਾ ਕਰਨਗੇ, ਫਿਰ ਅਸੀਂ ਤੁਹਾਡੀ ਸੇਵਾ ਵਿੱਚ ਇਸੇ ਤਰ੍ਹਾਂ ਹੀ ਹਾਜ਼ਰ ਹੋਵਾਂਗੇ। ਇਤਨੇ ਸਮੇਂ ਵਿੱਚ ਅਸੀਂ ਕੋਈ ਚੰਗੀ ਗੱਲ ਕਹਿ ਗਏ ਹਾਂ, ਤੁਸੀਂ ਆਪਣੇ ਹਿਰਦੇ ਵਿੱਚ ਵਸਾ ਲੈਣੀ, ਤੇ ਜੇ ਕੋਈ ਮਾੜੀ ਕਹਿ ਹੋਈਏ ਨਜ਼ਰ ਉਦਾਰ ਕਰ ਛੱਡਣੀ, ਕਿਉਂਕਿ ਮਨੁੱਖ ਜਿਹੜਾ ਹੈ ਉਹ ਖਾਲਸਾ ਜੀ ਭੁੱਲਣ ਹਾਰ, ਜੇ ਭੁੱਲਦਾ ਨਹੀਂ ਤੇ ਆਪਣਾ ਗੁਰੂ ਨਹੀਂ ਭੁੱਲਦਾ। ਆਓ ਜੀ ਇਤਨੀਆਂ ਹੀ ਬੇਨਤੀਆਂ ਕਰਦੇ ਖਿਮਾ ਦੇ ਛਾਜਕ ਸਭ ਤੋਂ ਪਹਿਲਾਂ ਤੇ ਧੰਨਵਾਦੀ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਸਾਰੀਆਂ ਸੰਗਤਾਂ ਦੇ ਪ੍ਰਬੰਧਕਾਂ ਦੇ ਧੰਨਵਾਦੀ ਹਾਂ। ਕਵੀਸ਼ਰ ਜਥਾ ਭਾਈ ਗੁਰਨਾਮ ਸਿੰਘ ਜੀ ਮਰਿਆਦਾ ਅਤੇ ਨਾਲ ਦੇ ਸਾਥੀ ਭਾਈ ਸਤਨਾਮ ਸਿੰਘ ਜੀ, ਕਾਕਾ ਹੀਰਾ ਸਿੰਘ ਜੀ, ਕਾਕਾ ਬਧਾਰ ਸਿੰਘ ਜੀ, ਇਸ ਤਰ੍ਹਾਂ ਜਥਾ ਸੇਵਾ ਕਰਦਾ ਹੈ। ਆਓ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਸਾਰੀਆਂ ਸੰਗਤਾਂ ਜਥੇ ਨੂੰ ਚੜ੍ਹਦੀ ਕਲਾ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ